निर्मला का मतलब हुंदा शुद्ध ते गुणी। धन साहिब श्री गुरु गोबिंद सिंह जी ने जदों रघुनाथ पंडित नूं कहा सी कि साडे सिखां नूं संस्कृत विद्या सिखाई जाए तो रघुनाथ पंडित ने जवाब दिता सी कि जिहड़े ये नीच लोकी या नीची जाति के लोग आ ये तो विद्या सुन भी नहीं सकते, तुसीं सिखाउण दी गल दूर करदे हो। तो फिर धन साहिब श्री गुरु गोबिंद सिंह जी ने 5 सिखां नूं निर्मला संत बना के बनारस भेजा। उचेरी विद्या प्राप्त करके उन्होंने पंजाब दे विच जातिवाद दूर करने लई ਵੱਖ-ਵੱਖ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜਿਆ। ਇਹ ਗੱਲਾਂ ਮੈਂ ਤੁਹਾਡੇ ਨਾਲ ਕਿਉਂ ਸਾਂਝੀਆਂ ਕਰ ਰਿਹਾ ਇਹ ਵੀ ਦੱਸ ਦਿੰਨਾ। ਇਹ ਗੱਲਾਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਰਿਹਾ ਕਿ ਅੱਜ ਮੇਰੇ ਆਫਿਸ ਦੇ ਵਿੱਚ ਨਿਰਮਲਾ ਡੇਰਿਆਂ ਤੋਂ ਅਲੱਗ-ਅਲੱਗ ਮਹਾਪੁਰਸ਼ ਇਸ ਆਫਿਸ ਦੇ ਵਿੱਚ ਪਹੁੰਚੇ ਆ ਕਿ ਬੀਤੇ ਦਿਨੀ ਅਸੀਂ ਆਪਣੇ ਚੈਨਲ ਤੇ ਵੀਡੀਓ ਲਾਈ ਸੀ। ਸੰਦੀਪ ਕੌਰ ਮਹੰਤ ਗਾਲ ਬਰੰਗ ਸਿੰਘ ਦੇ ਵਿੱਚ ਨਿਰਮਲਾ ਡੇਰਾ ਬਣਿਆ ਸੀ, जिस का काफ़ी लंबे समय तो विवाद चल रहा सी। अलग-अलग पार्टियां वालों मानयोग अदालत के दरवाजे भी खड़काए गए पर पुलिस प्रशासन के दरवाजे भी खड़कते आ। पर ਜਿਹੜੀ ਸੰਦੀਪ ਕੌਰ ਮਹੰਤ ਸੀ ਉਹਨਾਂ ਨੇ ਇਲਜ਼ਾਮ ਲਾਏ ਸੀ ਵੱਖ-ਵੱਖ ਨਿਰਮਲਾ ਡੇਰਿਆਂ ਦੇ ਮੁਖੀਆਂ ਤੇ। ਹੁਣ ਜਿਹੜਾ ਕਾਂਗਰਸੀ ਹੈਗਾ ਪਰਮਜੀਤ ਸਰਪੰਚ ਆ ਜੀ ਅਤੇ ਉਹਦਾ ਜਿਹੜਾ ਹਸਬੈਂਡ ਆ ਜਗਦੀਸ਼ ਸ਼ਰਮਾ, ਉਹਨੇ ਕੁਝ ਐਲੀਗੇਸ਼ਨ ਚੱਕੇ ਮੇਰੇ ਪਿਤਾ ਗੁਰਦਰਸ਼ਨ ਸਿੰਘ ਜੀ ਤੇ ਮੇਰੀ ਮਾਤਾ ਮਹੰਤ ਅਮਰਜੀਤ ਕੌਰ ਤੇ ਵੀ ਇਹ ਡੇਰੇ ਦੇ ਵਿੱਚ ਗੁਰੂ ਮਹਾਰਾਜ ਨੂੰ ਅੱਗ ਲਾਉਣ ਲੱਗੇ। ਅਸੀਂ ਸਾਰੀ ਗੱਲਬਾਤ ਕਰਾਂਗੇ ਅਕਸਰ ਕੀ ਵਿਵਾਦ ਸੀ ਤੇ ਇਲਜ਼ਾਮਾਂ ਦਾ ਸਿੱਟਾ ਕੀ ਨਿਕਲਦਾ ਸੀ ਕਿ ਕਿੰਨਾ ਕੁ ਸੱਚ ਸੀ ਕਿੰਨਾ ਕੁ ਝੂਠ ਸੀ, ਇਹ ਵੀ ਅਸੀਂ ਤੁਹਾਡੇ ਸਾਹਮਣੇ ਕੁਝ ਸਮੇਂ ਵਿੱਚ ਕਲੀਅਰ ਕਰ ਦੇਵਾਂਗੇ। ਜੇ ਸੀਵੀਆਂ ਨਾਲ ਲੈਵਲ ਨਹੀਂ ਫਿੱਟ ਸੈੱਟ ਹੁੰਦੇ ਹਾਂਜੀ ਉੱਥੇ ਲੈਵਲ ਚੱਲ ਰਿਹਾ ਸੀਗਾ ਅੱਜ ਤੋਂ 4 ਦਿਨ ਪਹਿਲਾਂ। ਹੁਣ ਦੁਬਾਰਾ ਫੇਰ ਇਹਨਾਂ ਨੇ ਉੱਥੋਂ ਟਰੈਕਟਰ ਰੁਕਵਾਏ। 15 ਦਿਨਾਂ ਵਿੱਚ ਲੈਵਲ ਹੀ ਇਕੱਠਾ ਹੋਈ ਗਿਆ ਉਹਦਾ। ਬੀਬੀ ਅਮਰਜੀਤ ਕੌਰ ਦੇ ਭੋਗ ਤੇ ਕਿਸੇ ਨੇ ਉਹਨੂੰ ਪੱਗ ਨਹੀਂ ਬੰਨੀ। ਸਟੇ ਇਹਦਾ ਮਤਲਬ ਹੈ ਬੀਬੀ ਨੇ ਸਟੇ ਲੈ ਲਈ ਵੀ ਜ਼ਮੀਨ ਵੇਚਣੀ ਆ, ਸਟੇ ਲੈ ਲਈ ਵੀ ਮੈਂ ਡੇਰੇ ਨੂੰ ਪੱਟ ਕੇ ਖਾ ਜਾਣਾਗਾ। ਡੇਰਾ ਸੰਪਰਦਾ ਦਾ ਸਥਾਨ ਆ। ਪਹਿਲਾਂ ਤਾਂ ਉੱਥੇ ਇੰਨਾ ਕੁ ਗੰਦ ਪਾਇਆ ਕਿ ਉਸ ਡੇਰੇ ਦੇ ਵਿੱਚ ਉਹ ਬੀਬੀ ਦਾ ਪਿਤਾ ਸੀ ਜਿਹੜਾ ਉਹ ਸ਼ਰਾਬ ਵੀ ਪੀਂਦਾ ਸੀ, ਤੰਬਾਕੂ ਵੀ ਖਾਂਦਾ ਸੀ। ਸਾਰੇ ਮੈਂ ਨਹੀਂ ਕਹਿ ਰਿਹਾ, ਮੈਂ ਪਿੰਡ ਕਹਿ ਰਿਹਾ ਉੱਥੋਂ ਦਾ। ਅਸਲ ਦੇ ਵਿੱਚ ਕਿਤੇ ਨਾ ਕਿਤੇ ਉਹ ਗੁੰਮਰਾਹ ਕਰ ਰਹੀ ਹੈ। ਜਿਹੜੀਆਂ ਗੱਲਾਂ 'ਚੋਂ ਗੁੰਮਰਾਹ ਕਰ ਰਹੀ ਹੈ ਉਹ ਠੀਕ ਨਹੀਂ ਗਿਆ। ਅਸੀਂ ਤਾਂ ਕਰਕੇ ਤੁਹਾਡੇ ਕੋਲ ਅੱਜ ਆ ਗਏ ਹਾਂ। ਤੁਸੀਂ ਕੱਲ ਵੀਡੀਓ ਅੱਜ ਸਾਨੂੰ ਸਵੇਰੇ ਮਿਲੀ, ਅਸੀਂ ਅੱਜ ਹੀ ਆ ਗਏ ਹਾਂ ਤੁਹਾਡੇ ਕੋਲ। ਬੀਬੀ ਦਾ ਇਹ ਵੀ ਇਲਜ਼ਾਮ ਸੀਗਾ, ਮਾਫੀ ਚਾਹੁੰਦਾ ਤੁਹਾਡੀ ਗੱਲ ਵਿੱਚ ਕੱਢ ਲਈ, ਕਿ ਮੇਰੀਆਂ ਗੱਡੀਆਂ ਦੇ ਮਗਰ ਪਿੱਛਾ ਕਰਦੇ ਬੰਦੇ। ਬੀਬੀ ਨੇ ਵੀ ਕਿਹਾ, ਮੇਰਾ ਨਾਮ ਵੀ ਲਿਆ ਵੀ ਸਾਨੂੰ ਇਹਨਾਂ ਤੋਂ ਡਰ ਹੈ ਮਾਰ ਦੇਣਗੇ। ਜਿਸ ਮਰਜ਼ੀ ਸਟੇਜ ਤੇ ਜਾ ਕੇ ਪੁੱਛੋ ਵੀ ਕੋਈ ਚਮਕੌਰ ਸਿੰਘ ਨਾਂ ਦਾ ਬੰਦਾ ਹੈ, YouTube Facebook ਜੋ ਚੈੱਕ ਕਰਕੇ ਪਤਾ ਲੱਗੇਗਾ ਵੀ ਕੋਈ ਹੈਗਾ ਕਿ ਨਹੀਂ ਹੈਗਾ। ਬੀਬੀ ਨੂੰ ਕੌਣ ਜਾਣਦਾ ਜੀ। ਪੰਚਾਇਤੀ ਅਖਾੜਾ ਨਿਰਮਲਾ ਦੇ ਸੈਕਟਰੀ ਮਹੰਤ ਬਲਵੰਤ ਸਿੰਘ ਰਹੇ ਨੇ। ਉਹਨਾਂ ਦੀਆਂ ਪਾਵਰ ਆਫ ਅਟਰਨੀਆਂ ਪੰਜਾਬ ਵਿੱਚ ਕੇਸਾਂ ਦੀ ਪੈਰਵਾਈ ਕਰਨ ਦੀਆਂ ਮੇਰੇ ਕੋਲ ਆ। ਬੀਬੀ ਕੋਲੇ ਕਿਹਦੀਆਂ ਨੇਗੀਆਂ ਦੱਸੇ ਜੀ। ਜਗਰਾਜ ਸਿੰਘ ਲੋਪੋ, ਜਗਦੀਸ਼ ਸ਼ਰਮਾ ਉਸ ਦੀ ਵਾਈਫ ਆ ਪਰਮਜੀਤ ਮੌਜੂਦਾ ਸਰਪੰਚ ਆ, ਜਗਸੀਰ ਸਿੰਘ ਕਾਲਾ, ਹਰਮੰਦਰ ਸਿੰਘ ਬੱਲੋ, ਨਰਮਲ ਸਿੰਘ ਕਾਕਾ ਤੇ ਚਮਕੌਰ ਸਿੰਘ ਭਾਈ ਰੂਪਾ, ਰੇਸ਼ਮ ਸਿੰਘ ਸੇਖਮਾ ਤੇ ਜਗਤਾਰ ਸਿੰਘ ਨੈਣੇ ਵਾਲਾ, ਬਲਜਿੰਦਰ ਸਿੰਘ ਕੌਂਗੇ ਜੋ ਕਿ ਮੈਡਮ ਸਰਬਜੀਤ ਕੌਰ ਮਾਣੂਕੇ ਦਾ ਜੀ ਰਿਸ਼ਤੇਦਾਰ ਆ, ਔਰ MLA ਮੌਜੂਦਾ ਆਪ ਦੇ MLA ਆ ਹਲਕਾ ਜਗਰਾਉਂ ਦੇ ਸਰਬਜੀਤ ਕੌਰ ਮਾਣੂਕੇ। ਮੈਨੂੰ ਕੋਈ ਵੀ ਜਾਨੀ ਮਾਲੀ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਜਾਂ ਮੇਰੀ ਜਾਨ ਨੂੰ ਕੁਛ ਹੁੰਦਾ ਤਾਂ ਇਹ ਸਾਰੇ ਦੋਸ਼ੀ ਜ਼ਿੰਮੇਵਾਰ ਹੋਣਗੇ। ਸਤਿ ਸ੍ਰੀ ਅਕਾਲ ਜੀ। ਰੰਗਲਾ ਪੰਜਾਬ ਰੇਡੀਓ ਐਂਡ TV ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪੱਤਰਕਾਰ ਰਣਜੀਤ ਸਿੰਘ ਰਾਣਾ। ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨੇ ਨਸੀਬ ਸਿੰਘ ਬਿਰਕ। ਨਿਰਮਲਾ ਦਾ ਮਤਲਬ ਹੁੰਦਾ ਸ਼ੁੱਧ ਤੇ ਗੁਣੀ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਰਘੁਨਾਥ ਪੰਡਿਤ ਨੂੰ ਕਿਹਾ ਸੀ ਕਿ ਸਾਡੇ ਸਿੱਖਾਂ ਨੂੰ ਸੰਸਕ੍ਰਿਤ ਵਿਦਿਆ ਸਿਖਾਈ ਜਾਵੇ ਤਾਂ ਰਘੁਨਾਥ ਪੰਡਿਤ ਨੇ ਜਵਾਬ ਦਿੱਤਾ ਸੀ ਕਿ ਜਿਹੜੇ ਇਹ ਨੀਚ ਲੋਕੀ ਜਾਂ ਨੀਚੀ ਜਾਤੀ ਦੇ ਲੋਕ ਆ ਇਹ ਤਾਂ ਵਿਦਿਆ ਸੁਣ ਵੀ ਨਹੀਂ ਸਕਦੇ, ਤੁਸੀਂ ਸਿਖਾਉਣ ਦੀ ਗੱਲ ਦੂਰ ਕਰਦੇ ਹੋ। ਤੇ ਫਿਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖਾਂ ਨੂੰ ਨਿਰਮਲਾ ਸੰਤ ਬਣਾ ਕੇ ਬਨਾਰਸ ਭੇਜਿਆ। ਉਚੇਰੀ ਵਿਦਿਆ ਪ੍ਰਾਪਤ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਤੀਵਾਦ ਦੂਰ ਕਰਨ ਲਈ ਵੱਖ-ਵੱਖ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜਿਆ। ਇਹ ਗੱਲਾਂ ਮੈਂ ਤੁਹਾਡੇ ਨਾਲ ਕਿਉਂ ਸਾਂਝੀਆਂ ਕਰ ਰਿਹਾ ਇਹ ਵੀ ਦੱਸ ਦਿੰਨਾ। ਇਹ ਗੱਲਾਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਰਿਹਾ ਕਿ ਅੱਜ ਮੇਰੇ ਆਫਿਸ ਦੇ ਵਿੱਚ ਨਿਰਮਲਾ ਡੇਰਿਆਂ ਤੋਂ ਅਲੱਗ-ਅਲੱਗ ਮਹਾਪੁਰਸ਼ ਇਸ ਆਫਿਸ ਦੇ ਵਿੱਚ ਪਹੁੰਚੇ ਕਿਉਂ ਆ ਤੁਹਾਨੂੰ ਉਹ ਵੀ ਦੱਸ ਦਿੰਨਾ ਕਿ ਬੀਤੇ ਦਿਨੀ ਅਸੀਂ ਆਪਣੇ ਚੈਨਲ ਤੇ ਵੀਡੀਓ ਲਾਈ ਸੀ। ਸੰਦੀਪ ਕੌਰ ਮਹੰਤ ਗਾਲ ਬਰੰਗ ਸਿੰਘ ਦੇ ਵਿੱਚ ਨਿਰਮਲਾ ਡੇਰਾ ਬਣਿਆ ਸੀ, ਜਿਸ ਦਾ ਕਾफ़ी ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਅਲੱਗ-ਅਲੱਗ ਪਾਰਟੀਆਂ ਵੱਲੋਂ ਮਾਨਯੋਗ ਅਦਾਲਤ ਦੇ ਦਰਵਾजे ਵੀ ਖੜਕਾਏ ਗਏ ਪਰ ਪੁਲਿਸ ਪ੍ਰਸ਼ਾਸਨ ਦੇ ਦਰਵਾजे ਵੀ ਖੜਕਦੇ ਆ। ਪਰ ਜਿਹੜੀ ਸੰਦੀਪ ਕੌਰ ਮਹੰਤ ਸੀ ਉਹਨਾਂ ਨੇ ਇਲਜ਼ਾਮ ਲਾਏ ਸੀ ਵੱਖ-ਵੱਖ ਨਿਰਮਲਾ ਡੇਰਿਆਂ ਦੇ ਮੁਖੀਆਂ ਤੇ। ਅੱਜ ਉਹੀ ਮੁਖੀ ਮੇਰੇ ਆਫਿਸ ਵਿੱਚ ਪਹੁੰਚੇ, ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਅਕਸਰ ਕੀ ਵਿਵਾਦ ਸੀ ਤੇ ਇਲਜ਼ਾਮਾਂ ਦਾ ਸਿੱਟਾ ਕੀ ਨਿਕਲਦਾ ਸੀ ਕਿ ਕਿੰਨਾ ਕੁ ਸੱਚ ਸੀ ਕਿੰਨਾ ਕੁ ਝੂਠ ਸੀ, ਇਹ ਵੀ ਅਸੀਂ ਤੁਹਾਡੇ ਸਾਹਮਣੇ
ਕੁਝ ਸਮੇਂ ਵਿੱਚ ਕਲੀਅਰ ਕਰ ਦੇਵਾਂਗੇ। ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਤੁਹਾਡਾ ਨਾਮ ਕੀ ਤੇ ਕਿਹੜੇ ਡੇਰੇ ਨਾਲ ਤੁਸੀਂ ਸੰਬੰਧ ਰੱਖਦੇ ਹੋ? ਮੇਰਾ ਨਾਮ ਬਾਬਾ ਚਮਕੌਰ ਸਿੰਘ ਹੈ ਜੀ। ਤੇ ਪਹਿਲਾਂ ਮੇਰੇ ਕੋਲੇ ਨਿਰਮਲਾ ਡੇਰਾ ਪਿੰਡ ਥਰਾਜ ਜ਼ਿਲ੍ਹਾ ਮੋਗਾ ਉਥੋਂ ਦੀ ਮੰਨਤੀ ਹੈ ਜੀ। ਨਿਰਮਲਾ ਗੱਲਬਾਤ ਦੀ ਸ਼ੁਰੂਆਤ ਕਰਨ ਤੋਂ ਨਿਰਮਲਾ ਪਹਿਲਾਂ ਤੁਸੀਂ ਸਾਰੇ ਬਾਬਿਆਂ ਬਾਰੇ ਥੋੜੀ ਜਾਣਕਾਰੀ ਦਿਓ। ਹਾਂ, ਮੈਂ ਨਿਰਮਲਾ ਡੇਰਾ ਪਿੰਡ ਫੂਲੇ ਵਾਲਾ ਜ਼ਿਲ੍ਹਾ ਬਠਿੰਡਾ ਉੱਥੋਂ ਦੀ ਮੰਨਤੀ ਹੈ ਔਰ ਨਾਲ ਭੇਖ ਨੇ ਮੇਰੀ ਜੋ ਡੇਰਾ ਸਮਾਧ ਬਾਬਾ ਸੰਪੂਰਨ ਸਿੰਘ ਜੀ ਪਿੰਡ ਗਾਲਵਰਨ ਸਿੰਘ ਵਾਲਾ ਦੀ ਜ਼ਿੰਮੇਵਾਰੀ ਵੀ ਉਹ ਮੈਨੂੰ ਸੌਂਪੀ ਹੋਈ ਹੈ। ਮੇਰੇ ਨਾਲ ਨੇ ਸ਼੍ਰੀ ਨਿਰਮਲ ਪੰਚਾਇਤੀ ਖਾੜਾ ਨਿਰਮਲਾ ਦੇ ਸਾਡੇ ਸੈਕਟਰੀ ਸਾਹਿਬ ਮਹੰਤ ਜਗਤਾਰ ਸਿੰਘ ਜੀ ਨੇ ਔਰ ਇਧਰਲੇ ਪਾਸੇ ਨਾਲ ਨੇ ਮਹੰਤ ਬਲਜਿੰਦਰ ਸਿੰਘ ਜੀ ਕੌਂਕਿਆਂ ਵਾਲੇ ਜੋ ਉੱਥੇ ਕੌਂਕੇ ਨਗਰ ਸਾਡੇ ਸੰਪਰਦਾ ਦਾ ਸਥਾਨ ਉੱਥੇ ਸੇਵਾ ਨਿਭਾ ਰਹੇ। ਨਾਲ ਹੀ ਮਹੰਤ ਅਨੂਪ ਸਿੰਘ ਜੀ ਨੇ ਪਿੰਡ ਕੁੱਤੀਵਾਲ ਉੱਥੇ ਡਿਊਟੀ ਨਿਭਾ ਰਹੇ ਨੇ। ਉਹਨਾਂ ਦੇ ਨਾਲ ਨੇ ਮਹੰਤ ਜਗਰੂਪ ਸਿੰਘ ਜੀ ਬੁੱਗਰਾਂ ਪਿੰਡ ਆ ਰਾਮਪੁਰਾ ਫੂਲ ਮੰਡੀ ਕੋਲ ਉੱਥੇ ਡਿਊਟੀ ਸੇਵਾ ਨਿਭਾ ਰਹੇ ਨੇ ਔਰ ਨਾਲ ਹੀ ਸੁਖਜੀਤ ਸਿੰਘ ਨੇ ਪਿੰਡ ਸੰਧੂ ਖੁਰਦ ਉੱਥੇ ਸੇਵਾ ਨਿਭਾ ਰਹੇ ਨੇ। ਇਧਰਲੇ ਪਾਸੇ ਮਹੰਤ ਹਰਜਿੰਦਰ ਸਿੰਘ ਜੀ ਗੁਰੂ ਕੀ ਮਟੀਲੀ ਬਾਗਾ ਪੁਰਾਣਾ ਵਿਖੇ ਜੋ ਭੇਖ ਦੀਆਂ ਜ਼ਿੰਮੇਵਾਰੀਆਂ ਲਾਈਆਂ ਉਹ ਨਿਭਾ ਰਹੇ ਨੇ। ਮਹੰਤ ਗੁਰਸੇਵਕ ਸਿੰਘ ਜੀ ਪਿੰਡ ਢਿੱਲਮਾਨ ਨੇੜੇ ਬਠਿੰਡਾ ਉੱਥੇ ਨੇ। ਮਨਸਵਾਰਨ ਸਿੰਘ ਜੀ ਸਾਰੇ ਸੰਤ ਮਹੰਤ ਇੱਥੇ ਇਕੱਠੇ ਹੋਏ ਨੇ ਅੱਜ। ਮੈਂ ਵੈਸੇ ਦਰਸ਼ਕਾਂ ਨੂੰ ਦੱਸ ਚੁੱਕਾ ਕਿ ਨਿਰਮਲਾ ਦਾ ਮਤਲਬ ਸ਼ੁੱਧ ਤੇ ਗੁਣੀ ਹੁੰਦਾ। ਬਿਲਕੁਲ ਜੀ। ਇੱਕ ਵਾਰ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਨਿਰਮਲਾ ਡੇਰੇ ਦਾ ਮਤਲਬ ਤੇ ਕਦੋਂ ਤੋਂ ਇਹ ਡੇਰੇ ਦੀ ਪ੍ਰਚਲਿਤ ਆ ਰਹੀ ਹੈ। ਦੇਖੋ, ਜਿਹੜਾ ਨਿਰਮਲ ਦੇ ਅਰਥ ਨੇ ਉਹ ਤਾਂ ਸ਼ੁੱਧ ਨੇ, ਖਾਲਸ ਨੇ, ਇਹ ਤੁਸੀਂ ਦੱਸ ਦਿੱਤਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਵੀ ਮਾਰੇ ਖਾਲਸਾ ਤਾਂ ਹੀ ਨਖਾਲਸ ਜਾਣੈ, ਸ਼ੁੱਧ ਨੂੰ ਨਿਰਮਲ ਮੰਨਿਆ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹ ਜਿਹੜੀ ਵਿਦਿਆ ਦੀ ਪਰੰਪਰਾ ਸੀ ਜਿਹੜੀ ਇਹ ਸ਼ੁਰੂ ਕਰਨ ਵਾਸਤੇ ਜਦੋਂ ਵੱਡੇ ਲੋਕ ਨਹੀਂ ਵਿਦਿਆ ਦਿੰਦੇ ਸੀ ਤਾਂ 5 ਸੰਤ ਨਿਰਮਲੇ ਸੰਤ ਨਾਂ ਲੈ ਕੇ ਸੰਤ ਕਰਮ ਸਿੰਘ, ਵੀਰ ਸਿੰਘ, ਗੰਡਾ ਸਿੰਘ, ਸੋਭਾ ਸਿੰਘ ਇੱਦਾਂ ਸਾਰੇ ਸੰਤਾਂ ਨੂੰ ਭੇਜਿਆ। ਉਹ ਕਾਸ਼ੀ ਤੋਂ ਵਿਦਿਆ ਪੜ੍ਹ ਕੇ ਆਏ, 13 ਸਾਲ ਉਹਨਾਂ ਨੇ ਲਾਏ। 99 ਦੇ 1699 'ਚ ਵਾਪਸ ਆਏ। ਖਾਲਸੇ ਦੀ ਸਿਰਜਣਾ ਹੁੰਦੀ ਹੈ ਤੇ ਮਹਾਰਾਜ ਨੇ ਉਹਨਾਂ ਨੂੰ 5 ਸੰਤਾਂ ਨੂੰ ਨਿਰਮਲੇ ਸੰਤ ਦਾ ਨਾਂ ਦੇ ਕੇ ਭੇਜਿਆ ਤੇ ਉਹ ਸੰਤਾਂ ਨੇ ਪ੍ਰਚਾਰ ਕੀਤਾ, ਵੱਖ-ਵੱਖ ਥਾਵਾਂ ਤੇ ਡੇਰੇ ਸਥਾਪਿਤ ਕੀਤੇ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ, ਗੁਰੂ ਕੇ ਲੰਗਰਾਂ ਦੀ ਸੇਵਾ ਵਾਸਤੇ। ਇਹ ਜਿਹੜੀ ਖਾਲਸੇ ਪੰਥ ਦੀ ਪਰੰਪਰਾ ਨੂੰ ਅੱਗੇ ਤੋਰਿਆ ਜੀ। ਸਾਡੇ ਦਰਸ਼ਕਾਂ ਨੇ ਵੀ ਦੱਸੋ ਤੁਹਾਡੇ ਜਿਹੜੇ ਨਿਰਮਲਾ ਡੇਰੇ ਦੇ ਸੰਪਰਦਾਇ ਵਿੱਚ ਅਖਾੜਾ ਬੋਲਿਆ ਜਾਂਦਾ, ਅਖਾੜਾ ਕਿਸ ਚੀਜ਼ ਨੂੰ ਬੋਲਿਆ ਜਾਂਦਾ? ਦੇਖੋ, ਜਿਵੇਂ ਜਿਹੜਾ ਅਖਾੜਾ ਇੱਕ ਆਪਾਂ ਮੱਲ ਅਖਾੜਾ ਵੀ ਕਹਿ ਦਿੰਦੇ ਆ, ਇੱਕ ਜਗ੍ਹਾ ਨੂੰ ਹੈ ਨਾ ਇਦਾਂ ਮੰਨਿਆ ਜਾਂਦਾ। ਜਿਹੜਾ ਸਾਡਾ ਹੈੱਡ ਆਫਿਸ ਆ ਉਹਨੂੰ ਅਸੀਂ ਪੰਚਾਇਤੀ ਅਖਾੜਾ ਮੰਨਦੇ ਆ। ਪੰਚਾਇਤ ਦਾ ਮਤਲਬ ਹੁੰਦਾ ਸਾਰਿਆਂ ਦਾ ਇਕੱਠਾ ਸਾਂਝਾ, ਕੋਈ ਉਹਦਾ ਇੱਕ ਮਾਲਕ ਨਹੀਂ ਹੈ। ਜਿਵੇਂ ਅਸੀਂ ਮਹੰਤਾਂ ਡੇਰਿਆਂ ਦੇ ਆਪੋ ਆਪਣੇ ਮਹੰਤ ਹੁੰਦੇ ਨੇ, ਮੁਹਿਤਮਮ ਹੁੰਦੇ ਆ, ਪਰ ਸਾਡੇ ਪੰਚਾਇਤੀ ਅਖਾੜੇ ਦਾ ਪ੍ਰੈਜ਼ੀਡੈਂਟ ਬਣਦਾ ਵਿਦ ਇੱਕ ਰਜਿਸਟਰਡ ਬਾਡੀ। ਮੰਨ ਲਓ ਸੰਸਥਾ ਹੈਗੀ ਉਹ, ਜਿਵੇਂ ਆਪਾਂ ਕੋਈ ਸੁਸਾਇਟੀ ਰਜਿਸਟਰ ਕਰਾਉਣੇ ਆ, ਇਹ ਇੱਕ ਸੁਸਾਇਟੀ ਹੈਗੀ ਜੀ। ਹਾਂ, ਹੁਣ ਅਸਲ ਮੁੱਦੇ ਤੇ ਗੱਲ ਕਰੀਏ ਕਿ ਗਾਲਵਰਨ ਸਿੰਘ ਦੇ ਵਿੱਚ ਡੇਰਾ ਬਣਿਆ ਹੋਇਆ ਨਿਰਮਲਾ, ਹਾਂਜੀ, ਜਿਸ ਦੇ ਮਹੰਤ ਸੰਦੀਪ ਕੌਰ ਆਪਣੇ ਆਪ ਨੂੰ ਦੱਸ ਰਹੇ ਕਿ ਮੈਂ ਇੱਥੋਂ ਦੇ ਆਨਰ ਜਾਣੀ ਕਿ ਮੁਖੀ ਆ, ਡੇਰਾ ਮੁਖੀ ਆ। ਜੀ। ਉਹਨਾਂ ਨੇ ਕੱਲ ਇਲਜ਼ਾਮ ਲਾਇਆ ਸੀ ਸਾਡੀ ਵੀਡੀਓ ਦੇ ਵਿੱਚ ਕਿ ਜਿਹੜੇ ਵੱਖ-ਵੱਖ ਮੁਖੀਆਂ ਤੇ ਲਾਏ ਸੀ ਕਿ ਮੈਨੂੰ ਉਹਨਾਂ ਤੋਂ ਡਰ ਆ, ਮੇਰੇ ਡੇਰੇ ਨੂੰ ਹੜਪਣਾ ਚਾਹੁੰਦੇ, ਮੇਰੀ ਜ਼ਮੀਨ ਨੂੰ ਹੜਪਣਾ ਚਾਹੁੰਦੇ ਡੇਰੇ। ਪਹਿਲੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਵੀ ਨਿਰਮਲ ਭੇਖ ਦਾ ਜਿਹੜਾ ਇਹ ਕਿਸੇ ਪਿਤਾ ਪੁਰਖੀ ਗੱਲ ਨਹੀਂ ਚੱਲਦੀ ਵੀ ਮੰਨ ਲਓ ਪਿਓ ਦੀ ਗੱਦੀ ਜਿਵੇਂ ਇੰਤਕਾਲ ਪਿਓ ਦੇ ਪੁੱਤਰ ਦੇ ਨਾਂ ਹੋ ਜਾਂਦੇ ਵਸੀ, ਤੇ ਇਹ ਇਦਾਂ ਨਹੀਂ ਹੁੰਦਾ। ਇਹ ਕੇਵਲ ਤੇ ਕੇਵਲ ਭੇਖ ਡਿਸਾਈਡ ਕਰਦਾ, ਮਹੰਤ ਦੀ ਰਾਏ ਨਾਲ ਡਿਸਾਈਡ ਕਰਦਾ ਕਿ ਮੈਂ ਚੇਲਾ ਕਿਹਨੂੰ ਬਣਾਉਣਾ। ਮਹੰਤ ਭੇਖ ਤੋਂ ਪੁੱਛਦਾ ਤੇ ਫਿਰ ਭੇਖ ਮਹੰਤ ਅੱਗੇ ਥਾਪਿਆ ਜਾਂਦਾ। ਮਾਫੀ ਚਾਹੁੰਦਾ ਤੁਹਾਡੀ ਗੱਲ, ਭੇਖ ਦਾ ਮਤਲਬ ਕੀ ਹੁੰਦਾ ਪੰਜਾਬੀ? ਜਿਹੜੇ ਸਮੂਹ ਇਕੱਠ ਆ ਜਿਹੜਾ ਸੰਤਾਂ ਦੇ ਨੂੰ ਇੱਕ ਭੇਖ ਬੋਲਦੇ ਨੇ। ਜਿੰਨੇ ਵੀ ਸਾਧੂ ਮਹਾਂਪੁਰਖ ਇਕੱਠੇ ਹੁੰਦੇ ਨੇ ਇੱਕ ਭੇਖ ਦੇ ਨੇ, ਇਕੱਠੇ ਹੁੰਦੇ ਨੇ। ਜੇ ਖੱਟ ਦਰਸ਼ਨ ਕਹਿੰਦੇ ਜਿਹੜੇ ਵੱਖ-ਵੱਖ ਭੇਖਾਂ ਦੇ ਇਕੱਠੇ ਹੁੰਦੇ ਨੇ, ਇੱਦਾਂ ਕਿਹਾ ਜਾਂਦਾ ਹੈਗਾ। ਹੁਣ ਜਿਹੜੇ ਭੇਖ ਦੀ ਸੰਪਰਦਾਇ ਨੇ ਆਪਣਾ ਸਮੇਂ-ਸਮੇਂ ਅਨੁਸਾਰ ਸੇਵਾਵਾਂ ਨਿਭਾਉਂਦੇ ਆ ਰਹੇ ਨੇ। ਵੱਡੀਆਂ ਸੇਵਾਵਾਂ ਨੇ, ਬਹੁਤ ਵੱਡੇ ਅਸਥਾਨ ਨੇਗੇ ਤੇ ਸਾਰਿਆਂ ਸਥਾਨਾਂ ਦੀਆਂ ਸੇਵਾਵਾਂ ਵੀ ਨਿਭਾਉਂਦੇ ਸੰਤ ਮਹਾਂਪੁਰਖ ਆ ਰਹੇ ਨੇ। ਗੱਲ ਚੱਲਦੀ ਹੈ ਡੇਰਾ ਸਮਾਧ ਬਾਬਾ ਸੰਪੂਰਨ ਸਿੰਘ ਜੀ ਨਿਰਮਲਿਆਂ ਦਾ ਸਥਾਨ ਆ। ਨਗਰ ਨੇ ਹਰ ਵੇਲੇ ਭੇਖ ਨੂੰ ਬੇਨਤੀ ਕੀਤੀ। ਦੇਖੋ, ਭੇਖ ਕੋਲੇ ਤਾਂ ਆਪਣੇ ਸਥਾਨ ਨਹੀਂ ਸਮਝਦੇ, ਉਹਨੂੰ ਕੀ ਲੋੜ ਹੁੰਦੀ ਹੈ। ਨਗਰ ਨੇ ਜਾ ਕੇ ਬੇਨਤੀ ਕੀਤੀ ਵੀ ਸਾਡਾ ਡੇਰਾ ਖਤਮ ਹੁੰਦਾ ਜਾ ਰਿਹਾ, ਕਿਉਂਕਿ ਪਹਿਲਾਂ ਵੀ 2-3 ਕਿੱਲੇ ਜ਼ਮੀਨ ਉਸ ਡੇਰੇ ਦੀ ਵਿਕ ਚੁੱਕੀ ਹੈ ਜੀ। ਨਗਰ ਦੀ ਬੇਨਤੀ ਨੂੰ ਮੰਨ ਕੇ ਹੀ ਭੇਖ ਨੇ ਇਸ ਵਿੱਚ ਇਨਵੋਲਵਮੈਂਟ ਵਾਲੀ। ਬਾਬਾ ਜੀ, ਉਹ ਜਿਹੜੀ ਜ਼ਮੀਨ ਵਿਕੀ ਸੀ ਉਹ ਮਹੰਤ ਸੰਦੀਪ ਕੌਰ ਨੇ ਵੇਚੀ ਨਹੀਂ ਸੀ, ਉਹਨਾਂ ਦੀ ਜਿਹੜੀ ਨਾਨੀ ਸੀ ਪ੍ਰਕਾਸ਼ ਕੌਰ ਨੇ ਵੇਚੀ ਸੀਗੀ। ਸੰਦੀਪ ਕੌਰ ਨੇ ਵੀ ਵੇਚਣ ਦੇ ਤਰਲੇ ਭਰੇ, ਨਹੀਂ ਵਿਕੀ ਤਾਂ ਉਹਨੇ ਮਿੱਟੀ ਪਟਾਉਣੀ ਸ਼ੁਰੂ ਕਰ ਦਿੱਤੀ। ਉਹਨੇ 50-60 ਲੱਖ ਦੀ ਮਿੱਟੀ ਵੇਚ ਲਈ। ਠੀਕ ਹੈ, ਮਿੱਟੀ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਇਹ ਸਵਾਲ ਮੈਂ ਤੁਹਾਨੂੰ ਵਾਰ-ਵਾਰ ਤਾਂ ਕਰ ਰਿਹਾ ਕਿਉਂਕਿ ਮੈਂ ਹੀ ਕੱਲ ਉਸ ਤੇ ਵੀਡੀਓ ਬਣਾਈ। ਜਦੋਂ ਮਿੱਟੀ ਪਟਾਈ ਦਾ ਮੈਂ ਉਹਨਾਂ ਨੂੰ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜ਼ਮੀਨ ਦਾ ਲੈਵਲ ਸੈੱਟ ਕਰਨ ਵਾਸਤੇ ਦੇਖੋ ਮਿੱਟੀ ਪਟਾਈ ਜ਼ਰੂਰ। ਜੇ ਸੀਵੀਆਂ ਨਾਲ ਲੈਵਲ ਨਹੀਂ ਸੈੱਟ ਹੁੰਦੇ ਜੇ ਸੀਬੀਆਂ ਵੱਡੀਆਂ 2-2 3-3 ਮਸ਼ੀਨਾਂ ਲਾ ਕੇ ਵਿਦ ਸਾਡੇ ਕੋਲੇ ਨੰਬਰ ਨੇ ਤੇ ਉਹ 15 ਦਿਨਾਂ ਵਿੱਚ ਲੈਵਲ ਹੀ ਇਕੱਠਾ ਹੋਈ ਗਿਆ ਉਹਦਾ। 15 ਦਿਨ ਉੱਥੇ 20 ਟਰੈਕਟਰ ਰੋਜ਼ ਚੱਲਦੇ ਰਹੇ ਤੇ ਲੈਵਲ ਹੀ ਕਰਦੇ ਰਹੇ। ਟਰੈਕਟਰ ਤਾਂ ਨਹੀਂ ਲੈਵਲ ਕਰਦੇ ਸੀਗੇ ਕਿ ਕੰਪਿਊਟਰ ਕਰਾ ਲੈਵਲ ਕਰਦਾ ਪੱਤਰਕਾਰ ਸਾਹਿਬ। ਇਸ ਕਰਕੇ ਉਹ ਇਹ ਤੇ ਗੱਲਾਂ ਨੇ ਫਾਲਤੂ ਦੀਆਂ। ਜਿਹੜੀ ਇੰਨੀ ਮਿੱਟੀ ਵੇਚੀ ਆ
ਠੀਕ ਹੈ ਕਿ ਨਹੀਂ 5-6 ਹਜ਼ਾਰ ਟਰਾਲੀਆਂ ਮਿੱਟੀ ਦੀਆਂ ਉੱਥੋਂ ਚਲੀਆਂ ਗਈਆਂ 11 ਕਿੱਲਿਆਂ ਦੇ ਵਿੱਚੋਂ। ਮੇਰੀ ਇੱਕ ਬੇਨਤੀ ਸੁਣਿਓ ਵੀ ਉਹ ਕਿੱਡਾ ਕੁ ਟਿੱਬਾ ਸੀ ਉੱਚਾ ਚੱਕਣ ਵਾਸਤੇ ਜੀ ਮਿੱਟੀ ਦਾ। ਸੈਕਿੰਡ ਨੰਬਰ ਦੇ ਉੱਤੇ ਉਹ ਮਿੱਟੀ ਲੈਵਲ ਕਰਦੀ ਸੀ ਬੀਬੀ, ਤਾਂ ਇੱਕ ਦਿਨ 'ਚ ਵੀ ਲੈਵਲ ਹੋ ਜਾਂਦਾ। ਕੋਈ 5-7 ਟਰਾਲੀਆਂ ਉਹ ਇੱਧਰ ਉੱਧਰ ਕਰਾਹੇ ਨਹੀਂ ਹੋ ਜਾਂਦੀਆਂ ਨੇਗੀਆਂ ਜਦੋਂ ਆਪਾਂ ਕਰਨਾ ਹੀ ਹੋਵੇ। ਕੰਪਿਊਟਰ ਕਰਾਹਾ ਲੋਕ ਲਾਉਂਦੇ ਨੇ, ਮਿੱਟੀ ਧਰਤੀ ਪੱਧਰ ਕਰਨ ਵਾਸਤੇ ਹੀ ਲਾਉਂਦੇ ਨੇ, ਤਾਂ ਫਿਰ ਉਹ ਕੰਪਿਊਟਰ ਕਰਾਹਾ ਲਾ ਕੇ ਕਹਿੰਦੇ ਉਹ 'ਤੇ 20 ਟਰਾਲੀਆਂ ਰੋਜ਼ ਚੱਲਦੀਆਂ ਰਹੀਆਂ। ਮੈਂ ਕਹਿਣਾ ਸਾਡੇ ਕਹਿਣ ਦੇ ਬਾਵਜੂਦ ਵੀ ਕਈ ਵਾਰ ਥਾਣੇ ਵਾਲੇ ਵੀ ਉੱਥੋਂ ਲੈ ਕੇ ਆਏ ਨੇ ਚੱਕ ਕੇ, ਬੀਬੀ ਨੇ ਥਾਣੇ ਵਾਲਿਆਂ ਦੀ ਵੀ ਨਹੀਂ ਮੰਨੀ। ਮਸ਼ੀਨਾਂ ਕਰੇਨਾਂ ਉੱਥੇ ਜਾ ਕੇ ਖੜਦੀਆਂ ਰਹੀਆਂ ਨੇਗੀਆਂ। ਪਰ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਵਿੱਚੋਂ ਮੇਰੇ ਕੋਲ ਸਟੇ ਦੇ ਆਰਡਰ, ਮੈਂ ਸਟੇ ਲੈ ਚੁੱਕੀ ਹਾਂ। ਕਾਹਦੀ ਸਟੇ ਆ ਜੀ? ਤੁਸੀਂ ਆਰਡਰ ਦੇਖੇ ਉਹਨਾਂ ਦੇ ਕੋਲੇ ਕਾਹਦੇ ਸੀਗੇ ਮੈਨੂੰ ਦੱਸਿਓ ਜੀ। ਉਹਨਾਂ ਨੇ ਫਰਜ਼ ਦੇ ਉੱਪਰ ਸਟੇ ਚੜਾਈ ਹੋਈ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਸਟੇ ਮਾਨਯੋਗ ਅਦਾਲਤ ਦੀ ਦੋਨਾਂ ਘਰਾਂ ਲਈ ਲਾਗੂ ਹੁੰਦੀ ਆ, ਨਾ ਉਸ ਨੂੰ ਤੁਸੀਂ ਛੇੜ ਸਕਦੇ ਹੋ। ਸਟੇਟਸ ਕੋ ਆ, ਸਟੇ ਨਹੀਂਗਾ, ਸਟੇਟਸ ਕੋ ਹੋ ਸਕਦਾ ਜੇ ਦੋਨਾਂ ਧਿਰਾਂ ਲਈ ਲਾਗੂ ਹੋ ਸਕਦਾ ਗਾ। ਠੀਕ ਹੈ ਕਿ ਨਹੀਂ? ਉਹ ਤੇ ਫਿਰ ਕੋਈ ਵੀ ਬੰਦਾ ਗਾ ਸਟੇ, ਇਹਦਾ ਮਤਲਬ ਬੀਬੀ ਨੇ ਸਟੇ ਲੈ ਲਈ ਵੀ ਜ਼ਮੀਨ ਵੇਚਣੀ ਆ, ਸਟੇ ਲੈ ਲਈ ਵੀ ਮੈਂ ਡੇਰੇ ਨੂੰ ਪੱਟ ਕੇ ਖਾ ਜਾਣਾਗਾ। ਡੇਰਾ ਸੰਪਰਦਾ ਦਾ ਸਥਾਨ ਆ। ਪਹਿਲਾਂ ਤਾਂ ਉੱਥੇ ਇੰਨਾ ਕੁ ਗੰਦ ਪਾਇਆ ਕਿ ਉਸ ਡੇਰੇ ਦੇ ਵਿੱਚ ਉਹ ਬੀਬੀ ਦਾ ਪਿਤਾ ਸੀ ਜਿਹੜਾ ਉਹ ਸ਼ਰਾਬ ਵੀ ਪੀਂਦਾ ਸੀ, ਤੰਬਾਕੂ ਵੀ ਖਾਂਦਾ ਸੀ। ਸਾਰੇ ਮੈਂ ਨਹੀਂ ਕਹਿ ਰਿਹਾ, ਮੈਂ ਪਿੰਡ ਕਹਿ ਰਿਹਾ ਉੱਥੋਂ ਦਾ। ਠੀਕ ਹੈ, ਉੱਥੋਂ ਸਤਿਕਾਰ ਕਮੇਟੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕਿਆ। ਨਿਰਮਲਾ ਡੇਰਾ ਤਦ ਬਣਦਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਵੇ, ਉੱਥੇ ਬਾਣੀ ਨੂੰ ਮਹਾਨਤਾ ਹੋਵੇ। ਜੇ ਅਸੀਂ ਇੱਕ ਜਿਹੜਾ ਸਾਡਾ ਇਸ਼ਟ ਗੁਰੂ ਆ ਸਾਡੀ ਸੰਪਰਦਾ ਵਿੱਚ ਮੰਨਿਆ ਜਾਂਦਾ ਵੀ ਉਹ ਜਿਹੜਾ ਸਾਡਾ ਇਸ਼ਟ ਗੁਰੂ ਗੁਰੂ ਗ੍ਰੰਥ ਸਾਹਿਬ ਆ, ਜੇ ਸਾਡਾ ਉੱਥੇ ਗੁਰੂ ਹੀ ਨਹੀਂ ਤੇ ਫਿਰ ਅਸੀਂ ਡੇਰੇਦਾਰ ਕਾਹਦੇ ਰਹੇਗੇ ਜੀ? ਉਹਨੇ ਕੀ ਬਣਾਇਆ ਉਦੋਂ ਤੇ ਲੈ ਕੇ? ਇਹ ਨਹੀਂ ਗੱਲਾਂ ਹੁੰਦੀਆਂ। ਅਸਲ ਦੇ ਵਿੱਚ ਕਿਤੇ ਨਾ ਕਿਤੇ ਉਹ ਗੁੰਮਰਾਹ ਕਰ ਰਹੀ ਆ। ਜਿਹੜੀਆਂ ਗੱਲਾਂ 'ਚ ਉਹ ਗੁੰਮਰਾਹ ਕਰ ਰਹੀ ਹੈ ਉਹ ਠੀਕ ਨਹੀਂ ਗੀਆਂ। ਅਸੀਂ ਤਾਂ ਕਰਕੇ ਤੁਹਾਡੇ ਕੋਲ ਅੱਜ ਆ ਗਏ ਹਾਂ। ਤੁਸੀਂ ਕੱਲ ਵੀਡੀਓ ਅੱਜ ਸਾਨੂੰ ਸਵੇਰੇ ਮਿਲੀ, ਅਸੀਂ ਅੱਜ ਹੀ ਆ ਗਏ ਹਾਂ ਤੁਹਾਡੇ ਕੋਲ। ਜੀ ਤੁਹਾਡਾ ਕੋਈ ਅਦਾਲਤ ਵਿੱਚ ਕੇਸ ਚੱਲਦਾ ਹੋਵੇ? ਨਹੀਂ, ਉਹ ਅਸੀਂ ਕੋਈ ਅਦਾਲਤ 'ਚ ਨਹੀਂ ਗਏ। ਤਕਰੀਬਨ ADC ਦੇ ਚੱਲਦਾ। ਬੀਬੀ ਗਲਤ ਤਰੀਕੇ ਨਾਲ ਇੰਤਕਾਲ ਚੜਾਉਣਾ ਚਾਹੁੰਦੀ ਸੀ, ਉਹ ਇੰਤਕਾਲ ਜਿਹੜਾ ਨਹੀਂ ਅਸੀਂ ਚੜ੍ਹਨ ਰੋਕਿਆ ਹੋਇਆ। ਜਿਹੜੀਆਂ ਨਿਰਮਲਾ ਡੇਰੇ ਦੀ ਹੋਰ ਵੀ ਡੇਰੇ ਆ, ਉਹਨਾਂ ਦੀ ਜ਼ਮੀਨ ਕਿਵੇਂ ਹੁੰਦੀ? ਮਾਲਕ ਦੇ ਮੁਖੀ ਦੇ ਨਾਮ ਹੁੰਦੀ ਜਾਂ ਡੇਰੇ ਦੇ ਨਾਮ ਹੁੰਦੀ? ਦੇਖੋ ਜੀ, ਹਰ ਦਾ ਬਾਇਤਮਾਮੀ ਦਾ ਇੰਤਕਾਲ ਚੜ੍ਹਦਾ ਹੁੰਦਾ, ਮੁਖੀ ਡੇਰਾ ਹੀ ਹੁੰਦਾ ਜੀ। ਬਾਇਤਮਾਮ ਦੇ ਕਿਤੇ ਫਾਰਸੀ ਅਰਬੀ ਦੇ ਪੁਰਾਣੇ ਅੱਖਰ ਨੇ ਜਿਹੜੇ ਉਹ ਮੈਨੇਜਰ ਦਾ ਮੈਨੇਜਮੈਂਟ ਕਰਨੀ, ਉਹਦਾ ਪ੍ਰਬੰਧ ਕਰਨਾ। ਉਹ ਜਿਉਂਦੀ ਜ਼ਿੰਦਗੀ ਪ੍ਰਬੰਧ ਕਰ ਸਕਦਾ, ਉਹਨੂੰ ਵੇਚ ਨਹੀਂ ਸਕਦਾ, ਉਹਨੂੰ ਕੁਝ ਨਹੀਂ ਕਰ ਸਕਦਾ। ਇਹ ਜਿਹੜਾ ਬਾਇਤਮਾਮੀ ਦਾ ਇੰਤਕਾਲ ਚੜ੍ਹਦਾ, ਮਾਲਕੀ ਦਾ ਕਦੇ ਚੜ੍ਹਦਾ ਨਹੀਂ ਇੰਤਕਾਲ। ਬੀਬੀ ਨੇ ਇੱਕ ਨਾਮ ਲਿਆ ਸੀ ਗੁਰੂ ਦਾ ਵੀ, ਹਰਿਦੁਆਰ ਤੋਂ ਮੇਰੇ ਗੁਰੂ ਆ, ਉਹਨਾਂ ਨੇ ਮੈਨੂੰ ਇਹ ਗੱਦੀ ਥਾਪੀ ਆ। ਦੇਖੋ ਮੇਰੀ ਬੇਨਤੀ ਸੁਣੋ, ਬੀਬੀ ਅਮਰਜੀਤ ਕੌਰ ਦੇ ਭੋਗ ਤੇ ਕਿਸੇ ਨੇ ਉਹਨੂੰ ਪੱਗ ਨਹੀਂ ਬੰਨੀ। ਅਸੀਂ ਵੀ ਭੋਗ ਤੇ ਗਏ ਸੀ, ਇਹ ਸਾਰੇ ਸੱਜਣ ਸੰਤ ਬੈਠੇ ਨੇ, ਉਹਨਾਂ ਦੇ ਵੱਲੋਂ ਜਿਹੜੇ ਧੜੇ ਦੀ ਉਹ ਗੱਲ ਕਰਦੇ, ਉਸੇ ਧੜੇ ਵੱਲੋਂ ਹੀ ਬਾਬਾ ਅਨੂਪ ਸਿੰਘ ਜਿਹੜੇ ਮੇਰੇ ਨਾਲ ਖੜੇ ਨੇ ਇੱਧਰਲੇ ਪਾਸੇ, ਉਹ ਆਏ ਸੀਗੇ। ਇਹਨਾਂ ਨੂੰ ਪੁੱਛੋ ਤੁਸੀਂ ਪੱਗ ਉਦੋਂ ਤਾਂ ਬੰਨੀ ਨਹੀਂ ਗੀ, ਜਦੋਂ ਕਿਹੜੇ ਵੇਲੇ ਪੱਗ ਬੰਨ੍ਹਗੇ। ਦੂਜੀ ਗੱਲ ਜਿਹੜੇ ਦੀ ਗੱਲ ਕਰਦੇ ਨੇ ਮਹੰਤ ਗਿਆਨਦੇਵ ਸਿੰਘ ਜੀ ਦੀ, ਜੋ ਸਾਡੇ ਸਾਬਕਾ ਮੁਖੀ ਨੇ, ਮੌਜੂਦਾ ਨਹੀਂ ਹੈ, ਸਾਡੇ ਸਾਬਕਾ ਮੁਖੀ ਨੇ। ਕਿਉਂਕਿ ਸਾਡੇ ਇਸ ਵੇਲੇ ਦੇ ਮੁਖੀ ਨੇ ਜਿਹੜੇ ਮਹੰਤ ਰੇਸ਼ਮ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੂੰ ਅਸੀਂ ਸ਼੍ਰੀ ਮੰਤ ਸਾਹਿਬ ਥਾਪਿਆ ਹੋਇਆ ਪੰਚਾਇਤੀ ਖਾੜਾ ਨਿਰਮਲਾ ਦਾ, ਜਿਹੜੇ ਬੜੀਆਂ ਲੰਬੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਉਹਨਾਂ ਦੇ ਵੀ ਕੱਲ੍ਹ ਉਹਨੇ ਕਿਹਾ ਫਰਜੀ, ਤੁਸੀਂ ਮੈਨੂੰ ਇਹ ਸਵਾਲ ਕਰੋਗੇ ਮੈਂ ਪਹਿਲਾਂ ਹੀ ਦੱਸ ਦਿਆਂ। ਉਹਨਾਂ ਨੇ ਇਹ ਕਿਹਾ ਤਾਂ ਜਿਸ ਦਿਨ ਮਹੰਤ ਦੀ ਚੋਣ ਹੁੰਦੀ ਆ, ਚੋਣ ਕਿਉਂ ਕਰਨੀ ਪਈ? ਇੱਕ ਸੰਸਥਾ ਦੀ ਚੋਣ, ਪੰਚਾਇਤੀ ਦੀ ਚੋਣ ਹਮੇਸ਼ਾ ਹੁੰਦੀ ਹੈ। 5 ਸਾਲਾਂ ਬਾਅਦ ਨਗਰ ਦੀ ਪੰਚਾਇਤ ਦੀ ਚੋਣ ਹੋ ਜਾਂਦੀ ਹੈ, MLA ਦੀ ਚੋਣ ਹੋ ਜਾਂਦੀ ਆ। ਤਾਂ ਸਾਨੂੰ ਕਿਉਂ ਚੋਣ ਕਰਨੀ ਪਈ? ਜਦੋਂ ਸਾਡੇ ਭੇਖ ਦੀਆਂ ਪ੍ਰਾਪਰਟੀਆਂ ਨੂੰ ਬਰਬਾਦ ਕੀਤਾ ਜਾਣ ਲੱਗਾ, ਕਿਤੇ ਉਹ ਬ੍ਰਹਮ ਸਰੋਵਰ ਉੱਥੋਂ ਦਾ ਹੋਵੇ, ਕੁਰਸ਼ੇਤਰ ਦਾ ਹੋਵੇ, ਤ੍ਰਿੰਬਕੇਸ਼ਵਰ ਹੋਵੇ, ਜਿੱਥੇ ਐਡੀਆਂ ਵੱਡੀਆਂ ਰਜਿਸਟਰੀਆਂ ਦੀਆਂ ਥੈਹਾਂ ਲੱਗ ਜਾਣੀਆਂ ਇਕੱਠੀਆਂ ਕਰੀਏ, ਨਜਾਇਜ਼ ਤਰੀਕੇ ਨਾਲ ਵੇਚੀਆਂ ਗਈਆਂ। ਭੇਖ ਹਮੇਸ਼ਾ ਲੋਕ ਦਾਨ ਕਰਦੇ ਨੇ, ਭੋਏ ਸਾਧੂਆਂ ਨੂੰ ਭੋਏ ਦਾਨ ਕਰਕੇ ਸੰਗਤ ਦੀ ਸੇਵਾ ਵਿੱਚ ਵਰਤਦੇ ਨੇ। ਉੱਥੇ ਕੋਈ ਸਕੂਲ ਬਣੇ, ਉੱਥੇ ਕੋਈ ਕਾਲਜ ਬਣੇ, ਉੱਥੇ ਲੰਗਰ ਚਲੇ ਕਰਦੇ, ਵੇਚਣ ਵਾਸਤੇ ਤਾਂ ਕੋਈ ਦਿੰਦਾ ਨਹੀਂਗਾ। ਇਹਨਾਂ ਨੇ ਉਹ ਜਦੋਂ ਪ੍ਰਾਪਰਟੀਆਂ ਵੇਚਣੀਆਂ ਸ਼ੁਰੂ ਕੀਤੀਆਂ, ਪ੍ਰਾਪਰਟੀਆਂ ਵੇਚਦਿਆਂ ਇੱਥੋਂ ਤੱਕ ਚਲੇ ਗਏ ਕਿ ਕੁਰਸ਼ੇਤਰ ਦੇ ਵਿੱਚ 420 ਦੇ ਪਰਚੇ ਦਰਜ ਹੋ ਗਏ ਮਹੰਤ ਗਿਆਨਦੇਵ ਸਿੰਘ ਜੀ ਤੇ। ਤੁਹਾਡੀ ਗੱਲ ਵਿੱਚ ਸੀ, ਬੀਬੀ ਨੇ ਵੀ ਕਿਹਾ ਸੀ ਵੀ ਇਹਨਾਂ ਤੇ ਵੀ ਇੱਕ ਪਰਚਾ ਦਰਜ ਆ, ਜਿਹੜੇ ਪਿਛਲੀ ਵਾਰ ਖਣੀ ਹਰਿਦੁਆਰ ਵਾਲਿਆਂ ਤੇ ਇਹਨਾਂ ਨੇ ਉੱਥੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ, ਜਾਲੀ ਇੰਤਕਾਲ ਬਣਾਏ ਸੀ, ਉਸ ਦੇ ਸੰਬੰਧ ਵਿੱਚ 420 ਦਾ ਮੁਕੱਦਮਾ ਦਰਜ ਸੀ। ਮੇਰੀ ਬੇਨਤੀ ਸੁਣੋ, ਪਹਿਲਾਂ ਮੈਂ ਆਪਣੇ ਦੀ ਵੀ ਤੁਹਾਨੂੰ ਗੱਲ ਦੱਸਾਂਗਾ ਕੀ ਆ, ਇਹਨਾਂ ਦੀ ਵੀ ਮੈਂ ਤੁਹਾਨੂੰ ਦੱਸਦਾ। ਜੀ ਬਿਲਕੁਲ। ਕਹਿਣ ਨੂੰ ਤੇ ਸਾਰੇ ਕੀ ਜਾਣਗੇ। ਬੀਬੀ ਨੂੰ ਕੱਲ ਤੁਸੀਂ ਕਹਿਣਾ ਸੀ ਮੈਂ ਵਿਦ ਪ੍ਰੂਫ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਮੇਰੇ ਕੋਲ ਜੀ ਕਾਗਜ਼ ਨੇ, ਮੈਂ ਲੈ ਕੇ ਆਇਆ ਜਿਹੜੇ ਕੇਸ ਨੇ, ਫਿਰ ਬੀਬੀ ਕੱਲ ਤੁਹਾਨੂੰ ਕਾਗਜ਼ ਦੇ ਦਿੰਦੀ। ਇੱਕ ਗੱਲ। ਸੈਕੰਡ ਨੰਬਰ ਦੇ ਉੱਤੇ ਜਿਹੜੇ ਕੁਰਸ਼ੇਤਰ ਦੀ ਗੱਲ ਮੈਂ ਕਰ ਰਿਹਾ ਸਾਂ, ਕੁਰਸ਼ੇਤਰ ਵਿੱਚ ਪਰਚਾ ਦਰਜ ਹੋਇਆ। ਪਰਚਾ ਇੱਥੋਂ ਤੱਕ ਚਲਿਆ ਗਿਆ ਕਿ ਸੈਸ਼ਨ ਕੋਰਟ ਨੇ ਵੀ ਜ਼ਮਾਨਤ ਨਹੀਂ ਦਿੱਤੀ ਜੀ, ਹਾਈ ਕੋਰਟ ਨੇ ਵੀ ਜ਼ਮਾਨਤ ਨਹੀਂ ਦਿੱਤੀ ਜੀ। ਅੱਜ ਤੱਕ ਉਹ ਉਵੇਂ ਹੀ ਤੁਰੇ ਫਿਰਦੇ ਨੇ, ਪੋਲੀਟੀਕਲ ਦਬਾਅ ਕਰਕੇ ਤੁਰੇ ਫਿਰਦੇ ਨੇ, ਪਰ ਉਹਨਾਂ ਨੂੰ ਕੋਰਟ ਦੇ ਆਰਡਰ ਨੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੀ। ਜੇ ਉਹ ਐਡੇ ਕਿਤੇ ਨਾ ਕਿਤੇ ਤਾਂ ਪ੍ਰੂਫ ਆਪਦੇ ਪੇਸ਼ ਕਰ ਦਿੰਦੇ ਨਾ, ਉਹ ਕੁਛ ਨਹੀਂ ਹੋਇਆ। ਫਿਰ ਸੈਕੰਡ ਨੰਬਰ ਦੇ ਉੱਤੇ
ਇੰਨੇ ਨੇ ਪਰਚਿਆਂ ਦਾ ਉਹ ਲੋਕ ਸਾਹਮਣਾ ਕਰ ਰਹੇ ਨੇ। ਭੇਖ ਨੇ ਇੱਕ ਮਤਾ ਪਾਇਆ, ਭੇਖ ਨੇ ਮਤਾ ਪਾ ਕੇ ਮਹੰਤ ਰੇਸ਼ਮ ਸਿੰਘ ਨੂੰ ਅੱਗੇ ਲਿਆਂਦਾ। ਮਹੰਤ ਰੇਸ਼ਮ ਸਿੰਘ ਹੁਣ ਕੱਲ ਬੀਬੀ ਕਹਿੰਦੀ ਸੀ ਮੇਰੀ ਜ਼ਮੀਨ ਹੜੱਪਣ ਦੀ ਗੱਲ ਕਰਦੇ ਨੇ। ਮਹੰਤ ਰੇਸ਼ਮ ਸਿੰਘ ਕੋਲ ਤੇ ਆਪਦੇ ਕੋਲੇ ਵੱਡੀ ਜਿਹੜਾ ਸਥਾਨ ਆ ਮਹਾਂਪੁਰਖਾਂ ਦਾ, ਬੜਾ ਵੱਡਾ ਸਥਾਨ ਆ। ਸੰਤ ਬਦਨ ਸਿੰਘ ਜੀ ਮਹਾਰਾਜ ਜੋ ਗੁਰਬਾਣੀ ਦਾ ਟੀਕਾ, ਗੁਰਬਾਣੀ ਦੇ ਅਰਥ ਲਿਖੇ ਗਏ ਨਾ, ਫਰੀਦਕੋਟ ਰਾਜੀਏ ਨੇ ਲਿਖਾਏ ਤਾਂ ਉੱਥੋਂ ਸੰਤਾਂ ਤੋਂ ਲਿਖਾਏ, ਉਸ ਸਥਾਨ ਦੇ ਮਹੰਤ ਨੇ ਉਹ। ਭੇਖ ਨੇ ਕਿਹਾ ਮਹਾਰਾਜ ਤੁਹਾਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਲੱਗੇ ਆ, ਤੁਹਾਨੂੰ ਇੱਥੋਂ ਦਾ ਜਦੋਂ ਪੰਚਾਇਤੀ ਨਿਰਮਲਾ ਸੰਪਰਦਾਇ ਦਾ ਮੁਖੀ ਬਣਾਉਣ ਲੱਗੇ ਆ, ਤਾਂ ਭੇਖ ਨੇ ਜ਼ਿੰਮੇਵਾਰੀ ਦਿੱਤੀ ਆ। ਜਿਹੜੀ ਭੇਖ ਨੇ ਜ਼ਿੰਮੇਵਾਰੀ ਦੇਣ ਵਾਸਤੇ ਖੰਡੂਰ ਸਾਹਿਬ ਮੀਟਿੰਗ ਰੱਖੀ। ਹੁਣ ਜਿਹੜੇ ਕਹਿੰਦੇ ਮਹੰਤ ਰੇਸ਼ਮ ਸਿੰਘ ਫਰਜੀ ਆ, ਮੈਂ ਬੇਨਤੀ ਕਰਾਂ ਉਹਨਾਂ ਨੂੰ, ਉਹਨਾਂ ਨੇ ਆਪਣੇ ਮਹੰਤ ਪੰਡਿਤ ਗਿਆਨਦੇਵ ਸਿੰਘ ਆ, ਲਿਖ ਲਓ, ਪੜ੍ਹ ਲਓ, ਇਹਦੇ ਥਰੂ ਉਹਨਾਂ ਨੇ ਇੱਕ ਪੱਟੀ ਦੀ ਕੋਰਟ ਵਿੱਚ ਇੱਕ ਅਰਜੀ ਦਾਇਰ ਕੀਤੀ ਕਿ ਜੀ ਇਹ ਨਹੀਂ ਹੋਣੀ ਚਾਹੀਦੀ ਮੀਟਿੰਗ। ਮੀਟਿੰਗ ਹੋਈ, ਸਾਰਾ ਕੁਝ ਹੋਇਆ, ਉਹਨਾਂ ਨੇ ਕਿਹਾ ਇਹ ਅਨਲੀਗਲ ਆ, ਸਾਰਾ ਕੁਝ ਕੀਤਾ, ਪਰ ਮਾਨਯੋਗ ਕੋਰਟ ਨੇ, ਸਾਨੂੰ ਵਿਸ਼ਵਾਸ ਭਰੋਸਾ ਸੀ, ਮਾਨਯੋਗ ਕੋਰਟ ਨੇ ਇਸ ਨੂੰ ਸਹੀ ਠਹਿਰਾਇਆ ਔਰ ਸੰਤ ਰੇਸ਼ਮ ਸਿੰਘ ਮਹਾਰਾਜ ਜੀਆਂ ਨੂੰ ਉਸ ਮੀਟਿੰਗ ਵਿੱਚ ਜੋ ਮਤੇ ਪਾਏ ਗਏ ਉਹਨਾਂ ਨੂੰ ਜਾਇਜ਼ ਠਹਿਰਾ ਕੇ ਮੰਨ ਕੇ ਯੋਗ ਮੰਨਿਆ। ਫਿਰ ਦੱਸੋ ਜੀ ਫਰਜੀ ਕੌਣ ਹੋਇਆ? ਦੂਜੇ ਨੰਬਰ ਦੇ ਉੱਤੇ ਇੱਕ ਫੈਸਲਾ ਮੇਰੇ ਕੋਲ ਹੋਰ ਮੈਂ ਤੁਹਾਨੂੰ ਦਿਖਾਉਣਾ ਕੁਰਸ਼ੇਤਰ ਦਾ ਗਾ। ਕੁਰਸ਼ੇਤਰ ਦੇ ਵਿੱਚ ਸਾਡਾ ਮੁਕਾਮੀ ਮਹੰਤ ਲੱਗਦਾ, ਕਿਉਂਕਿ ਉਹ ਡੇਰਾ ਇੱਦਾਂ ਜਿਵੇਂ ਆਪਣੇ ਡੇਰੇ ਇੱਦਾਂ ਨਹੀਂ ਆ, ਉਹ ਬ੍ਰਾਂਚ ਆ ਅਖਾੜੇ ਦੀ। ਉੱਥੇ ਸਾਨੂੰ ਮੁਕਾਮੀ ਮਹੰਤ ਲਾਇਆ ਜਾਂਦਾ ਸਾਡਾ। ਜਦੋਂ ਅਸੀਂ ਮੁਕਾਮੀ ਮਹੰਤ ਲਾਉਣੇ ਆ ਤਾਂ ਉਹ ਮੰਨ ਲਓ ਪਾਵਰ ਆਫ ਅਟਰਨੀ, ਜਿਹੜਾ ਸਾਡਾ ਸ਼੍ਰੀਮੰਤ ਪ੍ਰੈਜ਼ੀਡੈਂਟ ਹੁੰਦਾ ਉਹਦੀ ਪਾਵਰ ਆਫ ਅਟਰਨੀ ਹੁੰਦੀ ਆ, ਉਹ ਦੇ ਕੇ ਭੇਜਿਆ। ਮਹੰਤ ਗਿਆਨਦੇਵ ਸਿੰਘ ਜੀਆਂ ਨੇ ਇੱਕ ਨੂੰ ਭੇਜਿਆ ਔਰ ਸਾਡੇ ਮਹੰਤ ਰੇਸ਼ਮ ਸਿੰਘ ਮਹਾਰਾਜ ਜੀਆਂ ਨੇ ਇੱਕ ਨੂੰ ਦੇ ਕੇ ਭੇਜਿਆ। ਜਦੋਂ ਸਾਡੇ ਸ਼੍ਰੀਮੰਤ ਸਾਹਿਬ ਨੇ ਜਿਹਨਾਂ ਨੂੰ ਦੇ ਕੇ ਭੇਜਿਆ, ਜੇ ਉਹ ਆਪਣੇ ਆਪ ਨੂੰ ਮੰਨਦੇ ਨੇ, ਤਾਂ ਮਾਨਯੋਗ ਕੋਰਟ ਨੇ ਕੀ ਕੀਤਾ ਕਿ ਸਾਡੇ ਸ਼੍ਰੀ ਮਹੰਤ ਦੇ ਭੇਜੇ ਹੋਏ ਨੁਮਾਇੰਦੇ ਨੂੰ ਮੰਨਿਆ ਔਰ ਉਹਨਾਂ ਦੇ ਨੁਮਾਇੰਦੇ ਨੂੰ ਖਾਰਜ ਕੀਤਾ। ਫਿਰ ਕੌਣ ਹੋਇਆ ਜੀ ਅਸਲੀ? ਇਹ ਅਸਲ ਦੇ ਵਿੱਚ ਮੈਂ ਵਿਦ ਪ੍ਰੂਫ ਆਪ ਜੀ ਨਾਲ ਗੱਲ ਕਰ ਰਿਹਾ ਇੱਕ ਗੱਲ। ਸੈਕੰਡ ਨੰਬਰ ਦੇ ਉੱਤੇ ਕਿਸੇ ਤੇ ਇਲਜ਼ਾਮ ਲਾਉਣੇ ਬੜੇ ਸੌਖੇ ਆ। ਉਹ ਬੀਬੀ ਆ, ਬੀਬੀਆਂ ਨਾਲ ਲੜਨਾ ਚੰਗਾ ਨਹੀਂ ਹੁੰਦਾ। ਜੇ ਬੀਬੀ ਦਾ ਇਹ ਵੀ ਇਲਜ਼ਾਮ ਸੀਗਾ, ਮਾਫੀ ਚਾਹੁੰਦਾ ਤੁਹਾਡੀ ਗੱਲ ਵਿੱਚ ਕੱਢ ਲਈ, ਕਿ ਮੇਰੀਆਂ ਗੱਡੀਆਂ ਦੇ ਮਗਰ ਪਿੱਛਾ ਕਰਦੇ ਬੰਦੇ। ਨਹੀਂ, ਮੈਨੂੰ ਪਤਾ ਨਹੀਂ ਇਸ ਬਾਰੇ, ਬਿਲਕੁਲ ਆਪਾਂ ਰੱਬ ਨੂੰ ਜਾਣ ਦੇਣੀ ਆ, ਮੈਂ ਇਸ ਗੱਲ ਦਾ ਬਿਲਕੁਲ ਉਹ ਵੀ ਨਹੀਂਗਾ। ਬਾਕੀ ਅਸੀਂ ਲੜਾਈਆਂ ਲੀਗਲੀ ਲੜਾਂਗੇ, ਸਾਨੂੰ ਕੋਰਟਾਂ 'ਤੇ ਵਿਸ਼ਵਾਸ, ਅਸੀਂ ਇੱਕ ਦੂਜੇ ਦਾ ਪਿੱਛਾ ਕਿਉਂ ਕਰਾਂਗੇ? ਸਾਡੇ 'ਤੇ ਤਾਂ ਕਦੇ ਕੋਈ ਪਰਚਾ ਨਹੀਂ ਦਰਜ ਹੋਇਆ। ਬੀਬੀ ਨੇ ਇਹ ਵੀ ਕਿਹਾ, ਮੇਰਾ ਨਾਮ ਵੀ ਲਿਆ ਵੀ ਸਾਨੂੰ ਇਹਨਾਂ ਤੋਂ ਡਰ ਆ, ਇਹ ਮਾਰ ਦੇਣਗੇ। ਇੰਨੀਆਂ ਉਮਰਾਂ ਹੋ ਗਈਆਂ, ਸਾਡੇ 'ਤੇ ਅੱਜ ਤੱਕ ਕਦੇ ਪਰਚਾ ਵੀ ਕੋਈ ਦਰਜ ਨਹੀਂ ਹੋਇਆ। ਕਿੱਥੇ ਅਸੀਂ ਸਾਡੇ ਕਿੱਥੇ ਸੰਬੰਧ ਹੋ ਗਏ? ਮਹੰਤ ਰੇਸ਼ਮ ਸਿੰਘ ਹੋਏ ਮਹਾਰਾਜ ਜੀ, ਸਾਡੇ ਮਹੰਤ ਜਗਤਾਰ ਸਿੰਘ ਜੀ ਹੋਏ, ਮਹੰਤ ਬਲਜਿੰਦਰ ਸਿੰਘ ਜੀ ਹੋਏ। ਤੁਸੀਂ ਇਹ ਦੇਖ ਲਓ ਵੀ ਸਾਡੀ ਜਿਹੜੀ ਬੈਕਗਰਾਉਂਡ ਆ ਨਾ, ਕ੍ਰਿਮੀਨਲ ਆ ਕਿ ਕਿਹੜੀ ਸੰਤਾਂ ਵਾਲੀ ਆ। ਬਾਬਾ ਜੀ ਤੁਹਾਡੇ ਨਾਲ ਫਿਰ ਤੋਂ ਗੱਲ ਕਰਾਂਗੇ ਇੱਕ ਵਾਰ। ਬਾਬਾ ਅਨੂਪ ਸਿੰਘ ਜੀ ਨਾਲ ਗੱਲ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਪਹਿਲਾਂ ਤੁਸੀਂ ਬੀਬੀ ਸੰਦੀਪ ਕੌਰ ਦੇ ਹੱਕ ਵਿੱਚ ਖੜੇ ਸੀ, ਅੱਜ ਉਸ ਦੇ ਵਿਰੋਧ ਚ ਕਰਨ ਦਾ ਕਾਰਨ? ਪਹਿਲਾਂ ਦੇਖੋ ਜੀ, ਅਖਾੜੇ ਵੱਲੋਂ ਸਾਨੂੰ ਇਹਨਾਂ ਦੀ ਮਦਦ ਵਾਸਤੇ ਜਦੋਂ ਵਿਵਾਦ ਸ਼ੁਰੂ ਹੋਇਆ ਸੀ ਉਸ ਟਾਈਮ ਤੇ ਆਏ ਸੀ, ਔਰ ਇਹਨਾਂ ਦੀ ਜਿਹੜੀ ਭੋਗ ਦੀ ਰਹੋ ਸੀ ਨਾ, ਆਪਣੇ ਬੀਬੀ ਅਮਰਜੀਤ ਕੌਰ, ਉਹਨਾਂ ਦੇ ਭੋਗ ਤੇ ਵੀ ਮੈਂ ਆਇਆ ਸੀ। ਉਸ ਟਾਈਮ ਤੇ ਵੀ ਪੱਗ ਦੀ ਰਸਮ ਵਗੈਰਾ ਨਹੀਂ ਹੋਈ ਸੀ, ਉਹ ਪਹਿਲਾਂ ਹੋ ਚੁੱਕੀ ਸੀ, ਕਹਿੰਦੇ ਪਹਿਲਾਂ ਹੋਈ ਵੀ ਆ। ਚਲੋ ਠੀਕ ਹੈ। ਅੱਛਾ, ਉਸ ਤੋਂ ਬਾਅਦ ਵਿਵਾਦ ਛਿੜਿਆ। ਵਿਵਾਦ ਦੇ ਵਿੱਚ ਫਿਰ ਮੈਨੂੰ ਅਖਾੜੇ ਵੱਲੋਂ ਆਦੇਸ਼ ਆਇਆ ਵੀ ਤੁਸੀਂ ਉਹਨਾਂ ਦੀ ਫੇਵਰ ਦੇ ਵਿੱਚ ਜਾਣਾ। ਜਦੋਂ ਆਇਆ ਇੱਥੇ ਵੇਖਿਆ ਮੈਂ, ਜਦੋਂ ਇਹਨਾਂ ਦਾ ਜਿਹੜਾ ਆਦੇਸ਼ ਕਿਹਨਾਂ ਵੱਲੋਂ ਆਇਆ ਸੀ? ਇਹ ਜੀ ਆਪਣੇ ਅਖਾੜੇ ਵੱਲੋਂ ਜਿਹੜੇ ਸੀ ਸ੍ਰੀ ਮਹੰਤ ਗਿਆਨਦੇਵ ਸਿੰਘ ਜੀ ਮਹਾਰਾਜ, ਜਿਹੜੇ ਸੀ ਜਿਨ੍ਹਾਂ ਨੂੰ ਆਪਾਂ ਪਹਿਲਾਂ ਇਹ ਸਾਬਕਾ ਹੋ ਗਏ ਹੁਣ। ਠੀਕ ਹੈ। ਤੁਹਾਨੂੰ ਕਿਹਨਾਂ ਨੇ ਕਿਹਾ ਸੀ ਵੀ ਉਹਨਾਂ ਦੇ ਹੱਕ 'ਚ ਤੁਸੀਂ ਖੜੋ ਜੀ? ਮੈਂ ਜੀ ਆਪਣੇ ਅਖਾੜਾ ਵਾ ਜੀ, ਜਿਹੜੇ ਸੀਗੇ ਮਹੰਤ ਗਿਆਨਦੇਵ ਸਿੰਘ ਜੀ ਸਾਬਕਾ ਜਿਹੜੇ, ਹਾਂਜੀ ਹਾਂ, ਉਹਨਾਂ ਵੱਲੋਂ, ਤੇ ਮਹੰਤ ਕੋਠਾਰੀ ਜਿਹੜੇ ਜਸਵਿੰਦਰ ਸਿੰਘ, ਵੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਜਾਣਾ। ਮੈਂ ਆਇਆ ਇੱਥੇ, ਆ ਕੇ ਜਦੋਂ ਮੈਂ ਦੇਖਿਆ ਵੀ ਜਿਹੜਾ ਉਹਨਾਂ ਦਾ ਸਿਸਟਮ ਸੀਗਾ ਉਹ ਠੀਕ ਨਹੀਂ ਸੀ, ਕਿਉਂਕਿ ਇੱਕ ਸੰਤਾਂ ਦਾ ਵਤੀਰਾ ਹੁੰਦਾ, ਅਸੀਂ ਵੱਖਰੇ ਤੌਰ ਤੇ ਆਪਣਾ ਵਿਚਰਦੇ ਹਾਂ ਆਪਣਾ। ਹਾਂਜੀ, ਕਿਵੇਂ ਕਹਿਣਾ ਚਾਹੁੰਦੇ? ਉਹਨਾਂ ਦੇ ਨਾਲ ਇੱਕ ਬੰਦਾ ਸੀਗਾ ਜਿਹੜਾ ਉਹ ਮੈਨੂੰ ਠੀਕ ਨਹੀਂ ਲੱਗਿਆ। ਮੈਂ ਉਹਨੂੰ ਕਿਹਾ ਵੀ ਇਹ ਤੁਸੀਂ ਕਿਉਂ ਰੱਖਿਆ? ਉਹ ਕਹਿੰਦੇ ਜੀ ਇਹ ਮੇਰਾ ਫਰੈਂਡ ਹੈ, ਇਹ ਮੇਰਾ ਫਰੈਂਡ ਹੈ। ਮੈਂ ਕਿਹਾ ਵੀ ਇਹ ਫਰੈਂਡ ਵਾਲੇ ਕਿਹੜੀ ਹੁੰਦੀ ਆ? ਸਾਡੇ ਜਾਂ ਤਾਂ ਸੰਤ ਹੁੰਦੇ ਨੇ, ਜਾਂ ਸੰਤ ਦੇ ਨਾਲ ਸਾਡੇ ਸੇਵਾਦਾਰ ਹੁੰਦਾ, ਚੇਲਾ ਹੁੰਦਾ, ਤੇ ਫਰੈਂਡ ਵਾਲਾ ਕਿਹੜਾ ਆ ਗਿਆ ਕਾ ਸਿਸਟਮ? ਉਹਦੇ ਨਹੀਂ ਜੀ, ਇਹ ਤਾਂ ਫਿਰ ਮੇਰਾ ਪਰਸਨਲ ਤੌਰ ਤੇ ਤਾਂ ਮੈਂ ਹੋਣੀ ਹੈ। ਸੋ ਇਹਦਾ ਜਿਹੜਾ ਸੀਗਾ ਫਿਰ ਮੈਂ ਕਿਹਾ ਵੀ ਇਹ ਠੀਕ ਨਹੀਂ ਹੈ। ਉਹ ਇੱਕ SSP ਦੇ ਆਪਣੇ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ ਸੀਗੀ, ਉਹਦੇ ਵਿੱਚ ਵੀ ਉਹਨਾਂ ਨੇ ਦਿੱਤਾ ਹੋਇਆ ਵੀ ਮੇਰਾ ਜੋ ਸਾਰਾ ਕੁਝ ਹੈ ਇਹ ਤਾਂ ਸੋਹਣ ਸਿੰਘ ਹੀ ਹੈ ਜਿਹੜਾ ਮੇਰਾ ਫਰੈਂਡ ਹੈ, ਤੇ ਜੇ ਮੈਨੂੰ ਕੁਝ ਹੁੰਦਾ ਤੇ ਉਸ ਤੋਂ ਬਾਅਦ ਇਹ ਮੇਰਾ ਵਾਰਸ ਵੀ ਬਣੂਗਾ। ਐਪਲੀਕੇਸ਼ਨ ਹੈ ਤੁਹਾਡੇ ਕੋਲ? ਹਾਂਜੀ, ਆਹ ਸੀਗੀ ਜੀ, ਉਹ ਮੇਰੇ ਕੋਲੇ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਇਹ ਐਪਲੀਕੇਸ਼ਨ ਦਿਖਾਈ ਜਾਵੇ, ਜਿਸ ਨੂੰ ਅੱਖਰਾਂ ਨੂੰ ਹਾਈਲਾਈਟ ਵੀ ਕੀਤਾ ਹੋਇਆ, ਜਿਸ ਤੇ ਲਿਖਿਆ ਹੋਇਆ ਵਾ, ਨੰਬਰ ਵੀ ਲਿਖਿਆ ਹੋਇਆ, ਮੈਨੂੰ ਲੱਗਦਾ 85 668 ਵਾਲਾ ਨੰਬਰ ਲਿਖਿਆ, ਬਿਲਕੁਲ ਨੰਬਰ ਵੀ ਲਿਖਿਆ ਹੋਇਆ ਜੀ।
ਜੀ ਫਿਰ ਕੀ ਹੋਈ? ਹਾਂਜੀ, ਸੋ ਇਸ ਕਰਕੇ ਫਿਰ ਜਿਹੜਾ ਸੀਗਾ ਵੀ ਨਹੀਂ ਭਾਈ ਇਹ ਤਾਂ ਸਿਸਟਮ ਤੇਰਾ ਠੀਕ ਨਹੀਂ ਹੈ, ਕਿਉਂਕਿ ਜਿਹੜੇ ਸੰਤ ਮਹੰਤ ਨੇ ਉਹ ਸਮਾਜ ਦੇ ਵਿੱਚ ਵਿਚਰਦੇ, ਸਮਾਜ ਨੂੰ ਸੇਧ ਦੇਣ ਵਾਸਤੇ ਹੈ। ਤੇ ਜਿਹੜਾ ਕੋਈ ਸੰਤ ਮਹੰਤ ਖਾਸ ਕਰਕੇ ਜਿਹੜੇ ਕੋਈ ਵਿਚਾਰੀ ਕੋਈ ਬੀਬੀ ਹੋਵੇ ਤੇ ਜੇ ਕੋਈ ਉਹ ਇਸ ਤਰ੍ਹਾਂ ਕੇ ਲੈ ਕੇ ਖਾਸ ਤੌਰ ਤੇ ਕੋਈ ਮਿੱਤਰ ਨੂੰ ਲੈ ਕੇ ਆਪਦੇ ਨਾਲ ਚੱਲਦੀ ਹੈ ਤਾਂ ਫਿਰ ਉਹ ਸਾਡੇ ਸੰਤਾਂ ਮਹੰਤਾਂ ਦਾ ਹਿੱਸਾ ਤਾਂ ਹੋ ਨਹੀਂ ਸਕਦੀ। ਇਸ ਕਰਕੇ ਹਾਂਜੀ, ਸੋ ਇਸ ਕਰਕੇ ਜਿਹੜਾ ਸੀ ਫਿਰ ਨਹੀਂ। ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ। ਜੀ ਉਹਦੇ ਹੱਕ 'ਚ ਖੜੇ ਸੀ ਅਸੀਂ। ਜੀ ਜਦੋਂ ਸਾਨੂੰ ਇਹ ਗੱਲ ਮਿਲੀ ਫਰੈਂਡ ਵਾਲੀ ਜੀ ਪੂਰੇ ਹੁੰਦੇ ਆ ਤੁਸੀਂ ਉੱਥੇ ਗਏ ਸੀ? ਇਹ ਗਏ ਸੀ ਜੀ, ਇਹ ਗਏ ਸੀ ਅਨੂਪ ਸਿੰਘ ਗਏ ਉੱਥੋਂ ਸੀਗੇ। ਫਿਰ ਪੱਗ ਦੀ ਰਸਮ ਜਾਂ ਕੁਝ ਐਸੀ ਹੋਈ ਸੀ? ਨਹੀਂ ਜੀ, ਕੁਝ ਨਹੀਂ ਹੋਇਆ ਉੱਥੇ। ਜੀ ਬਾਬਿਆਂ ਦੇ ਚੇਲੇ ਤੇ ਸੇਵਾਦਾਰ ਤਾਂ ਬਹੁਤ ਵੇਖੇ ਸੀ, ਪਰ ਬਾਬਿਆਂ ਦੇ ਫਰੈਂਡ ਅੱਜ ਪਹਿਲੀ ਵਾਰੀ ਦੇਖਣ ਨੂੰ ਮਿਲੇ। ਸਕਰੀਨ ਤੇ ਤੁਸੀਂ ਮੇਰੇ ਨਾਲ ਜੁੜੇ ਹੋ, ਤੁਹਾਨੂੰ ਪਤਾ ਲੱਗ ਜੂਗਾ ਬਾਬੇ ਵੀ ਇੰਨੇ ਕੁ ਪੜ੍ਹ ਲਿਖ ਗਏ ਕਿ ਹੁਣ ਆਪਣੇ ਫਰੈਂਡ ਸਰਕਲ ਦੇ ਵਿੱਚ ਬਾਬੇ ਆਪਣੇ ਆਪਣਾ ਟਾਈ ਅਪ ਕਰ ਰਹੇ ਨੇ। ਹੁਣ ਮੇਰੇ ਨਾਲ ਹੋਰ ਵੀ ਬਾਬਾ ਜੀ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਫਤਿਹ ਜੀ। ਕਿਹੜੇ ਡੇਰੇ ਨਾਲ ਆਪਾਂ ਕਿਹੜੇ ਡੇਰੇ ਤੇ ਹੋ? ਮੈਂ ਨਿਰਮਲ ਡੇਰਾ ਨੈਣੇਵਾਲ, ਜੀ ਮਹੰਤ ਜਗਤਾਰ ਸਿੰਘ ਪੰਚਾਇਤੀ ਖੜਾ ਨਿਰਮਲਾ ਦਾ ਜਨ ਸਕੱਤਰ। ਜੀ ਤੁਹਾਡੇ ਤੇ ਵੀ ਉਹਨਾਂ ਨੇ ਇਲਜ਼ਾਮ ਲਾਏ ਕੱਲ ਵੀਡੀਓ ਦੇ ਵਿੱਚ। ਹਾਂਜੀ ਹਾਂਜੀ। ਜੀ ਕੀ ਕਹਿਣਾ ਚਾਹੋਗੇ? ਇਸ ਡੇਰੇ ਦਾ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ। ਏਡੀਸੀ ਕੋਲੇ ਦਰਖਾਸਤਾਂ ਵੀ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਿਆ ਹੋਇਆ ਵਾ। ਦੇਖੋ ਇਹ ਜਿਹੜੇ ਮਹੰਤ ਅਮਰਜੀਤ ਕੌਰ ਸੀ ਜੀ ਉਹਨਾਂ ਨੇ ਕਿਸੇ ਨੂੰ ਮਹੰਤ ਨਹੀਂ ਥਾਪਿਆ, ਜੀ ਨਾ ਹੀ ਉਹਨਾਂ ਨੇ ਭੇਖ ਅੱਗੇ ਕੋਈ ਅਪੀਲ ਕੀਤੀ ਵੀ ਸਾਨੂੰ ਚੇਲਾ ਦਿਓ। ਜੀ ਮਾਫੀ ਚਾਹੁੰਦਾ, ਇਹ ਗੱਲ ਮੈਂ ਕੱਲ ਉਹਨਾਂ ਨੂੰ ਕੀਤੀ ਸੀ ਤਾਂ ਉਹ ਕਹਿੰਦੇ ਸਾਡੀ ਦਰ ਤੋਂ ਪੀੜ੍ਹੀ ਦੀ ਪੀੜ੍ਹੀ ਦੇ ਵਿੱਚ ਚੱਲਦਾ ਹੁੰਦਾ ਜਿਹੜਾ ਨਿਰਮਲਾ ਡੇਰਾ ਹੁੰਦਾ। ਦੇਖੋ ਜੀ ਗੱਲ ਇਹ ਆ, ਕੋਈ ਜੱਦੀ ਪੁਸਤਕੀ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਦੇ ਸਕਦੇ, ਜੀ ਅਸੀਂ ਚੇਲੇ ਹੀ ਬਣਾ ਸਕਦੇ ਹਾਂ। ਜੀ ਇਹ ਨਿਰਮਲ ਭੇਖ ਦੀ ਇੱਕ ਮਰਜ਼ਾਦਾ, ਜੀ ਕਿਉਂਕਿ ਜੇ ਜੱਦੀ ਪੁਸਤਕੀ ਅਸੀਂ ਆਪਦੇ ਪਰਿਵਾਰ 'ਚ ਵੰਡਣ ਲੱਗ ਜਾਈਏ ਫਿਰ ਤਾਂ ਉੱਥੇ ਉਹ ਡੇਰਾਵਾਦ ਤਾਂ ਰਹਿ ਹੀ ਨਹੀਂ ਜਾਣਾ। ਜੀ ਉਹ ਤਾਂ ਗ੍ਰਸਤੀਆਂ ਦਾ ਇੱਕ ਘਰ ਬਣ ਜਾਊਗਾ। ਜੀ ਦੇਖੋ ਅਸੀਂ ਇਹ ਚਾਹੁੰਦੇ ਆ ਜਿਹੜੇ ਨਿਰਮਲ ਡੇਰੇ ਨੇ ਉੱਥੇ ਚੇਲੇ ਨੂੰ ਮੰਨਤੀ ਦਿੱਤੀ ਜਾਂਦੀ ਆ। ਜੀ ਅਸੀਂ ਜਦੋਂ ਇਹ ਦੇਖਿਆ ਸਮਾਂ ਜਦੋਂ ਮਹੰਤ ਅਮਰਜੀਤ ਕੌਰ ਦੀ ਮੌਤ ਹੋਈ ਆ, ਜੀ ਉਹਦੇ 17 ਤੇ ਇਹ ਮਹੰਤ ਅਨੂਪ ਸਿੰਘ ਤੇ ਜਗਰੂ ਸਿੰਘ ਖੜੇ ਆ, ਉਹਨਾਂ ਵੱਲ ਸੀ ਉਸ ਧੜੇ ਦੇ ਵਿੱਚ ਸੀ। ਉੱਥੇ ਕੋਈ ਪੱਗ ਨਹੀਂ ਦਿੱਤੀ ਗਈ। ਜੀ ਉਸ ਤੋਂ ਉਪਰੰਤ ਅਸੀਂ ਇਹ ਸੋਚਿਆ ਸੀ ਉਹਨਾਂ ਦੇ ਜਿਹੜੇ ਪੋਤੇ ਸੀ। ਜੀ ਉਹਨਾਂ ਨੇ ਕਿਹਾ, ਉਹਨਾਂ ਨੇ, ਮੈਂ ਤਾਂ ਮਾਫੀ ਚਾਹੁੰਦਾ ਫਿਰ ਤੁਹਾਡੀ ਗੱਲ ਵਿੱਚ ਚੱਲੇ, ਹਾਂਜੀ। ਉਹਨਾਂ ਨੇ ਕਿਹਾ ਸੀ ਮੇਰੇ ਦੋ ਭਤੀਜੇ ਆ, ਉਹਨਾਂ ਬਾਰੇ ਵੀ ਉਹਨਾਂ ਨੇ ਕਿਹਾ ਬੇਰਬਾ ਪਾਇਆ ਸੀ, ਪਰ ਉਹਨਾਂ ਦੀ ਉਮਰ ਛੋਟੀ ਹੋਣ ਕਰਕੇ ਮੇਰੀ ਮਾਤਾ ਮੈਨੂੰ ਕਹਿ ਗਈ ਸੀ। ਦੇਖੋ ਜੀ ਬਿਲਕੁਲ ਇਹ ਝੂਠਾ। ਜੀ ਉਹਨਾਂ ਦੀ ਮਾਤਾ ਨੇ ਕੁਝ ਨਹੀਂ ਕਿਹਾ ਸੀ। ਜੀ ਉਹਨਾਂ ਨੇ ਜਿਉਂਦੇ ਜੀਵੀ ਆਪਣੇ ਪੋਤਿਆਂ ਨੂੰ ਗੋਦ ਦੇ ਵਿੱਚ ਲੈ ਕੇ ਮਦਾਸ ਉੱਥੇ ਹਾਜ਼ਰ ਸੀ। ਸਾਡੇ ਮੁਖੀ ਮਹੰਤ ਦਰਸ਼ਨ ਸਿੰਘ ਜੀ ਨਾਲ ਸੀ, ਮਹੰਤ ਚਮਕੌਰ ਸਿੰਘ ਜੀ ਲੋਹਗੜ੍ਹ ਵੀ ਹਾਜ਼ਰ ਸੀ ਨਾਲ। ਜਦੋਂ ਜਿਉਂਦੇ ਜੀਵੀ ਉਹਨਾਂ ਨੇ ਆਪਣੇ ਪੋਤਿਆਂ ਨੂੰ ਨਾਲ ਲੈ ਕੇ ਮੰਨਿਆ ਸੀ ਵੀ ਇਹ ਸੇਵਾਦਾਰ ਹੋਣਗੇ। ਪਰ ਅਸੀਂ ਫਿਰ ਜਦੋਂ ਮਹੰਤ ਅਮਰਜੀਤ ਕੌਰ ਦਾ ਭੋਗ ਪਿਆ, ਅਸੀਂ ਇਹ ਸੋਚਿਆ ਵੀ ਡੇਰਾ ਖੁਰਦ-ਬੁਰਦ ਨਾ ਹੋਵੇ ਤੇ ਅਸੀਂ ਉਹਨਾਂ ਦੇ ਪੋਤਿਆਂ ਨੂੰ ਦਸਤਾਰਬੰਦੀ ਕਰੀ ਸੀ। ਜੀ ਫਿਰ ਕੀ ਕੀਤਾ, ਉਹਨਾਂ ਨੇ ਉਹਨਾਂ ਨੂੰ ਤਜਾ ਕੇ ਉਹਨਾਂ ਦੀ ਮਾਤਾ ਜੀ ਤੋਂ ਆਪਣੇ ਹੱਕ ਦੇ ਵਿੱਚ ਬਿਆਨ ਲੈ ਲਏ ਸੰਦੀਪ ਕੌਰ ਨੇ। ਜੀ ਬਾਬਾ ਜੀ ਦੂਸਰੀ ਗੱਲ ਜੀ ਜੀ ਅਸੀਂ ਬੋਲੋ। ਇਹ ਕਹਿਣਾ ਚਾਹੁੰਦੇ ਆ ਕਿ ਵੀ ਜਿਹੜਾ ਮਹੰਤ ਜਸਵਿੰਦਰ ਸਿੰਘ ਸ਼ਾਸਤਰੀ ਜੀ ਜੀ ਉਹ ਬਾਰ-ਬਾਰ ਕਹਿ ਰਹੇ ਆ ਹਾਂ ਬਿਲਕੁਲ ਜੀ ਵੀ ਉਹ ਖਾੜੇ ਦਾ ਕਠਾਰੀ ਆ। ਜੀ ਦੇਖੋ ਮਹੰਤ ਗੋਪਾਲ ਸਿੰਘ ਪੰਚਾਇਤੀ ਖੜਾ ਨਿਰਮਲਾ ਦਾ ਕਠਾਰੀ ਆ। ਜੀ ਉਹਨਾਂ ਕੋਲੇ ਅੱਜ ਸਟੇ ਵੀ ਹੈ। ਜੀ ਦੇਖੋ ਇਹ ਇੱਕ ਫਰਜ਼ੀ ਆ। ਜੀ ਮਹੰਤ ਜਸਵਿੰਦਰ ਸਿੰਘ ਉਹ ਕੋਈ ਕਠਾਰੀ ਨਹੀਂ ਹੈ। ਉਹ ਤੇ FIR ਲਾਅ 'ਚ ਹੋਈ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ, ਜੀ ਜੋ ਕਿ ਉਹ ਹਾਈ ਕੋਰਟ ਤੋਂ ਉਹ ਜ਼ਮਾਨਤ ਲੈ ਕੇ ਆਏ ਆ। ਜੀ ਜਿਹੜਾ ਜਸਵਿੰਦਰ ਸਿੰਘ ਆ ਉਹਦੇ ਤੇ FIR ਪੁੱਚੋ ਥਾਣੇ ਦੇ ਵਿੱਚ ਲਾਅ 'ਚ ਹੋਈ ਵੀ ਹੈ ਤੇ ਹਾਈ ਕੋਰਟ ਤੋਂ ਉਹਨਾਂ ਨੂੰ ਜ਼ਮਾਨਤ ਮਿਲੀ ਆ। ਉਹਨਾਂ ਨੇ ਇਹ ਵੀ ਕਿਹਾ ਸੀ ਜੇਕਰ ਅੱਜ ਮੈਂ ਜ਼ਮੀਨ ਛੱਡ ਦੇਵਾਂ ਤਾਂ ਇਹ ਨਿਰਮਲਾ ਵਾਲਿਆਂ ਨੇ ਕਹਿਣਾ ਵੀ ਤੂੰ ਮੁਖੀ ਰਹਿ, ਜ਼ਮੀਨ ਸਾਨੂੰ ਛੱਡ ਦੇ, ਵੀ ਇਹ ਜ਼ਿਆਦਾ ਜ਼ਮੀਨ ਦੀ ਖਾਤਰ ਰੌਲਾ ਪੈ ਰਿਹਾ। ਦੇਖੋ ਜ਼ਮੀਨ ਦਾ ਕੋਈ ਰੌਲਾ ਨਹੀਂ। ਜੀ ਸਾਡਾ ਨਿਰਮਲ ਭੇਖ ਦਾ ਇੱਕ ਹੀ ਮਸਲਾ ਹੈ ਕਿ ਇਸ ਜ਼ਮੀਨ ਨੂੰ, ਇਸ ਡੇਰੇ ਨੂੰ ਖੁਰਦ-ਬੁਰਦ ਨਹੀਂ ਹੋਣ ਦੇਣਾ। ਜੀ ਜਿਹੜਾ ਇਹਦਾ ਸੰਚਾਲਕ ਹੋਵੇ ਉਹ ਚੰਗਾ ਹੋਵੇ। ਸਾਡੇ ਪਹਿਲੀ ਗੱਲ ਤਾਂ ਮਾਲਕ ਹੀ ਨਹੀਂ ਹੁੰਦੀ, ਜੀ ਮੋਹਤਮ ਹੁੰਦਾ ਜਿਹੜਾ ਮੈਨੇਜਮੈਂਟ ਕਰਦਾ, ਮੈਨੇਜਰ ਇੱਕ, ਉਹ ਆਪਦੀ ਲਾਈਫ ਦੇ ਵਿੱਚ ਉਸ ਪੈਲੀ ਨੂੰ ਦੇਖਭਾਲ ਕਰਦਾ, ਉਹ ਲੰਗਰ ਚਲਾਉਂਦਾ, ਉੱਥੋਂ ਦੀਆਂ ਇਮਾਰਤਾਂ ਬਣਾਉਂਦਾ। ਕੋਈ ਮਾਫੀ ਚਾਹੁੰਦਾ, ਤੁਸੀਂ ਕਹਿੰਦੇ ਇਹਦੀ ਮਾਲਕੀ ਨਹੀਂ ਹੁੰਦੀ, ਫਿਰ ਇੱਕ ਪਹਿਲਾਂ ਉਹਨਾਂ ਨੇ ਕਿਹਾ, ਬਾਬਾ ਜੀ ਨੇ ਕਿਹਾ ਸੀ ਵੀ ਉਹ 3 ਕਿੱਲੇ ਵੇਚ ਗਈ। ਜਦੋਂ ਮਾਲਕੀ ਨਹੀਂ ਹੁੰਦੀ ਫਿਰ ਉਹ ਵੇਚ ਕਿਵੇਂ ਗਈ? ਦੇਖੋ ਜੀ ਮੋਹਤਮੀ ਉਹ ਵੇਚ ਕੇ ਗਈ ਆ। ਜੀ ਉਹਨੇ ਉਹ 420 ਕੀਤੀ ਨਾ, ਜੀ ਪਰਚਾ ਹੁੰਦਾ ਸੀ। ਜੀ ਭਾਈ ਬਲਦੇਵ ਸਿੰਘ ਨੇ ਇੱਕ ਕੇਸ ਵੀ ਕੀਤਾ ਸੀ, ਜੀ ਉਹਨਾਂ ਦੀ ਮੌਤ ਵੀ ਹੋ ਗਈ ਇਸ ਨਗਰ ਦੇ ਜੀ। ਤੇ ਬੜਾ ਵਿਵਾਦ ਚੱਲਿਆ। ਪਰ ਅਸੀਂ ਸਮਾਜ ਦੇ ਵਿੱਚ ਹੋਣ ਦੇ ਨਾਤੇ ਅਸੀਂ ਸਾਡਾ ਭੇਖ ਮਹੰਤ ਅਮਰਜੀਤ ਕੌਰ ਦੇ ਨਾਲ ਖੜਾ ਸੀ, ਕਿਉਂਕਿ ਉਹ ਮਹੰਤ ਪ੍ਰਕਾਸ਼ ਕੌਰ ਵੇਚ ਕੇ ਗਈ ਆ ਨਾ। ਜੀ ਤੇ 2 ਕਿੱਲੇ ਜਿਹੜੇ ਹੁਣ ਗਹਿਣੇ ਰੱਖੇ ਹੋਏ ਆ, ਜੀ ਆਪਾਂ ਉਹ ਵੀ ਨਹੀਂ ਰੱਖ ਸਕਦੇ।
ਵੇਚਣ ਦੀ ਤਾਂ ਦੂਰ ਗੱਲ ਆ, ਗਹਿਣੇ ਵੀ ਨਹੀਂ ਕਰ ਸਕਦੇ। ਹੁਣ ਤੁਹਾਨੂੰ ਲੱਗ ਰਿਹਾ ਵੀ 2 ਕਿੱਲੇ ਜ਼ਮੀਨ ਗਹਿਣੇ ਵੀ ਕੀਤੀ ਹੋਈ ਹੈ? ਗਹਿਣੇ ਕੀਤੇ ਸਾਨੂੰ ਪਤਾ ਲੱਗ ਰਿਹਾ ਵੀ ਨਗਰ ਦੀ ਪੰਚਾਇਤ ਬੈਠੀ ਆ, ਜੀ। ਇਹ ਦੱਸ ਰਹੀ ਆ ਵੀ ਐਂ ਕਰਕੇ 2 ਕਿੱਲੇ ਗਹਿਣੇ ਵੀ ਆ 50-50 ਹਜ਼ਾਰ ਦੇ ਵਿੱਚ। ਜੀ। ਤੇ ਅਸੀਂ ਇਹੀ ਚਾਹੁੰਦੇ ਆ, ਅਸੀਂ ਚੰਗੇ ਮਹੰਤ ਦੀ ਨਿਯੁਕਤੀ ਕੀਤੀ ਆ, ਮਹੰਤ ਚਮਕੌਰ ਸਿੰਘ ਨੂੰ ਉਹਦੀ ਦੇਖਭਾਲ ਲਈ ਅਸੀਂ ਨਿਯੁਕਤ ਕੀਤਾ। ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਮੈਂ ਮਿੱਟੀ ਚਕਾਈ ਸੀ, ਜਿਹੜਾ ਉਹਦਾ ਪੈਸਾ ਉਹ ਮੈਂ ਡੇਰਾ ਬਣਾਉਣ ਤੇ ਲਾ ਰਹੀ। ਕੱਲ ਜਦੋਂ ਅਸੀਂ ਗਏ ਸੀ ਡੇਰੇ ਵਿੱਚ, ਮਾਫੀ ਚਾਹੁੰਦਾ, ਮਿਸਤਰੀ ਵੀ ਵਿੱਚ ਲੱਗੇ ਹੋਏ ਸੀ ਉਸ ਦੇਖੋ ਜੀ, ਤੁਸੀਂ ਦੇਖ ਹੀ ਰਹੇ ਹੋ ਕਿ 65-60 ਲੱਖ ਦੀ ਮਿੱਟੀ ਚਕਾ ਦਿੱਤੀ। ਜੀ। ਉੱਥੇ 65 ਲੱਖ ਦਾ ਕੋਈ ਖਰਚਾ ਹੋਇਆ, ਦੇਖਿਆ ਤੁਸੀਂ ਗਏ ਹੋ ਉੱਥੇ? ਜੀ। ਮਾਫ ਕਰਨਾ, ਸਾਰੀ ਤੁਸੀਂ ਮੂਵੀ ਬਣਾਈ ਆ, ਉੱਥੇ ਦੇਖਿਆ। ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ, ਤਾਂ ਹੀ ਇੱਥੇ ਅੱਜ ਪਹੁੰਚੇ ਆ ਵੀ ਇਹ ਚੰਗੀ ਗੱਲ ਨਹੀਂ ਕਿਸੇ ਤੇ ਦੋਸ਼ ਲਾਉਣੇ, ਹਨਾ। ਨਿਰਮਲ ਭੇਖ ਦੇ ਜੋ ਸਾਧੂ ਆ, ਸਪਰਾਤਨ ਡੇਰੇ ਨੇ, ਸਾਰੇ ਪ੍ਰਾਤਨ ਡੇਰੇ ਵਾਲੇ ਮਹਾਂਪੁਰਖ ਖੜੇ ਆ। ਕੋਈ ਐਸੀ ਗੱਲ ਨਹੀਂ, ਕੋਈ ਆਮ ਬੰਦਾ ਨਹੀਂ। ਸਾਰੇ 100 ਸਾਲ ਤੋਂ ਡੇਰੇ ਜਿਹੜੇ ਚੱਲਦੇ ਨੇ, ਉਹਨਾਂ ਦੇ ਵਿੱਚ ਇਹ ਗੱਦੀ ਨਸੀਹਤ ਨੇ, ਸਾਰੇ ਮੰਤ ਖੜੇ ਨੇ। ਪਰ ਜਿਹੜੇ ਉਹ ਦੋਸ਼ ਲਾ ਰਹੀ ਹੈ, ਉਹ ਨਕਾਰਦੇ ਆ ਅਸੀਂ ਵੀ ਸਾਡਾ ਕੋਈ ਉਹਦੇ ਨਾਲ ਕੋਈ ਨਿੱਜੀ ਤਾਂ ਹੈ ਨਹੀਂ ਜੀ। ਬਿਲਕੁਲ ਜੀ। ਸਾਡਾ ਕੋਈ ਨਿੱਜੀ ਰੌਲਾ ਨਹੀਂ ਉਹਦੇ ਨਾਲ ਕੋਈ, ਜਾਂ ਕੋਈ ਉਹਨਾਂ ਨੇ ਕਿਹਾ ਨਾ ਵੀ ਮੈਨੂੰ ਖਤਰਾ ਇਹਨਾਂ ਸੰਤਾਂ ਤੋਂ, ਮੈਨੂੰ ਖਤਰਾ। ਸਾਡਾ ਕੋਈ ਉਹਦੇ ਨਿੱਜੀ ਵਿਵਾਦ ਨਹੀਂ, ਸਾਡਾ ਸਿਰਫ ਨਿਰਮਲ ਭੇਖ ਦੀ ਪ੍ਰਾਪਰਟੀ ਪਹੁੰਚਾਉਣ ਤੱਕ। ਤੁਸੀਂ ਪ੍ਰਾਪਰਟੀ ਬਚਾਉਣਾ ਚਾਹੁੰਦੇ ਹੋ? ਹਾਂ, ਬਚਾਉਣਾ ਚਾਹੁੰਦੇ। ਮੰਨ ਲਓ ਜੇ ਸੰਦੀਪ ਮਹੰਤ ਉੱਥੇ ਨਹੀਂ ਮੁਖੀ ਬਣਦੇ, ਤਾਂ ਤੁਸੀਂ ਕਿਸ ਨੂੰ ਕਿਸੇ ਆਪਦਾ ਬੰਦਾ ਦੱਪਿਆ ਉਹਨਾਂ ਮੁਖੀ ਬਣਾਉਣ ਵਾਸਤੇ? ਅਸੀਂ ਮਹੰਤ ਚਮਕੌਰ ਸਿੰਘ ਦੀ ਨਿਰਮਲ ਭੇਖ ਨੇ ਡਿਊਟੀ ਲਾਈ ਆ ਜੀ। ਵੀ ਉਹਦੀ ਦੇਖਭਾਲ ਕਰਨੀ ਆ। ਜੀ। ਦੇਖੋ, ਇਹ ਹੁਣ ਉਹਦੀ ਦੇਖਭਾਲ ਕਰਨਗੇ ਅਤੇ ਇਹ ਅੱਗੇ ਆ ਕੇ ਕੰਮ ਕਰਨਗੇ, ਸਮਾਜ ਇਹਨਾਂ ਦੇ ਨਾਲ ਆ। ਜੀ। ਦੇਖੋ, ਜੋ ਵੀ ਉੱਥੋਂ ਦਾ ਕਾਰੋਬਾਰ ਹੋਊਗਾ ਇਹ ਸਾਂਭਣਗੇ। ਜੀ। ਬਾਬਾ ਜੀ, ਇੱਕ ਉਹਨਾਂ ਨੇ ਹੋਰ ਕਿਹਾ ਕਿ ਜਿਹੜੇ ਮੌਜੂਦਾ ਐਮਐਲਏ ਆ, ਉਹ ਵੀ ਉਹਨਾਂ ਦੇ ਕੋਈ ਰਿਸ਼ਤੇਦਾਰ ਵਿੱਚ ਰਲੇ ਹੋਏ ਆ, ਤਾਂ ਨਹੀਂ ਮੇਰੀ ਕਿਤੇ ਸੁਣਵਾਈ ਹੋ ਰਹੀ। ਮੇਰੀਆਂ 4 ਦਰਖਾਸਤਾਂ ਥਾਣੇ ਵਿੱਚ ਰੁਲਦੀਆਂ ਪਈਆਂ 3 ਮਹੀਨਿਆਂ ਤੋਂ, ਜਿਨ੍ਹਾਂ ਤੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਮੇਰੀ ਇੱਕ ਬੇਨਤੀ ਹੈ ਵੀ ਸਰਕਾਰ ਆਈ ਨੂੰ ਤਾਂ 3 ਮਹੀਨੇ ਹੋਏ ਨੇ। ਜੀ। ਬਿਲਕੁਲ। ਇਹ ਤੋਂ ਪਿੱਛੇ ਤਾਂ ਕਾਂਗਰਸ ਸਰਕਾਰ ਰਹੀ ਹੈ 5 ਸਾਲ। ਜੀ। ਉਦੋਂ ਤਾਂ ਐਮਐਲਏਆਂ ਦੀ ਵੀ ਨਹੀਂ ਸੁਣੀ ਜਾਂਦੀ ਸੀਗੀ। ਜੀ। ਹੁਣ ਤਾਂ ਚਲੋ ਐਮਐਲਏ ਨਹੀਂ ਸੁਣਦਾ ਉਹਦੀ, ਪਹਿਲਾਂ ਤਾਂ ਐਮਐਲਏਆਂ ਦੀ ਵੀ ਨਹੀਂ ਸੀ ਸੁਣੀ ਜਾਂਦੀ, ਤਾਂ ਉਦੋਂ ਉਹਨੇ ਕੀ ਕਰ ਲਿਆ? ਇੱਕ ਇਲਜ਼ਾਮਬਾਜ਼ੀ ਹੈ। ਜੇ ਮੰਨ ਲਓ ਕਿਸੇ ਦਾ ਰਿਸ਼ਤੇਦਾਰ ਕੋਈ ਮਹੰਤ ਆ, ਉਹ ਐਮਐਲਏ ਬਣ ਗਿਆ, ਤਾਂ ਫਿਰ ਉਹ ਮਹੰਤੀ ਛੱਡ ਦੇ ਕਿ ਐਮਐਲਏਸ਼ਿਪ ਛੱਡ ਦੇ? ਜੀ। ਇਹ ਨਹੀਂ ਹੁੰਦਾ। ਮਹੰਤ ਬਲਜਿੰਦਰ ਸਿੰਘ ਸਤਿਕਾਰਯੋਗ ਨੇ, ਜੀ। ਜੋ ਉਹ ਡੇਰੇ ਦੇ ਉੱਥੇ ਜਿਨ੍ਹਾਂ ਬਾਰੇ ਉਹ ਕਹਿ ਰਹੀ ਹੈ ਉਹਨਾਂ ਦੇ ਰਿਸ਼ਤੇਦਾਰ ਹੈਗੇ, ਬਿਲਕੁਲ ਇਲਜ਼ਾਮਬਾਜ਼ੀ ਆ। ਬੀਬੀ ਮਾਨੂ ਕੇ ਐਮਐਲਏ ਸਾਹਿਬ ਨੇ, ਉਹਨਾਂ ਦਾ ਕੰਮ ਆ ਸਰਕਾਰਾਂ ਚਲਾਉਣਾ, ਡੇਰਾ ਚਲਾਉਣਾ ਉਹਨਾਂ ਦਾ ਕੰਮ ਨਹੀਂਗਾ। ਉਹ ਵਿਚਾਰੇ ਨਾ ਹੀ ਦਖਲਅੰਦਾਜ਼ੀ ਦੇ ਰਹੇ ਨੇ। ਵੱਡੀ ਗੱਲ ਕੀ ਹੈ ਕਿ ਸਾਡਾ ਉਹਨਾਂ ਦਾ ਸੰਪਰਕ ਵੀ ਨਹੀਂ ਇਸ ਵਿਸ਼ੇ ਤੇ, ਕਿਉਂਕਿ ਮੈਂ ਤੇ ਆਇਆ ਹੀ ਇੱਧਰ ਪਹਿਲੀ ਵਾਰ ਆਂਗਾ। ਇੱਕ ਗੱਲ। ਦੂਜੇ ਨੰਬਰ ਦੇ ਉੱਤੇ ਬੀਬੀ ਮਾਨੂਕੇ ਦੇ ਉੱਤੇ ਇਲਜ਼ਾਮ ਲਾਉਣੇ ਨੇ। ਇਹਨਾਂ ਨੇ ਇੱਕ ਟ੍ਰੈਂਡ ਜਿਹਾ ਬਣਾ ਲਿਆ ਐਮਐਲਏਆਂ ਤੇ। ਉਹ ਪਤਾ ਕਿਵੇਂ ਬਣਾਇਆ? ਪਿੱਛੇ ਜੇ ਇੱਕ ਇਹਨਾਂ ਦੇ ਧੜੇ ਦਾ ਸੰਤ, ਮੈਂ ਧੜੇ ਦਾ ਹੀ ਕਹੂੰਗਾ, ਉਹਦਾ ਨਾ ਰਾਮਪੁਰਾ ਫੂਲ ਡੇਰੇ ਦਾ ਝਗੜਾ ਹੋ ਗਿਆ। ਤੇ ਜਿਹੜੇ ਜਸਵਿੰਦਰ ਸਿੰਘ ਵਰਗਿਆਂ ਨੇ ਆਪਦੇ ਬੰਦੇ ਭੇਜੇ ਉੱਥੋਂ ਵੀ ਇਹਨੂੰ ਐਂ ਕਰੀਏ ਐਮਐਲਏ ਨੂੰ। ਉਹ ਜਦੋਂ ਐਮਐਲਏ ਨਾਲ ਗੱਲ ਕੀਤੀ, ਉਹ ਬੜੀ ਵੀਡੀਓ YouTube ਤੇ ਬੜੀ ਵਾਇਰਲ ਹੋਈ, ਤੁਸੀਂ ਚੈਨਲਾਂ ਨੇ ਕੀਤੀ, ਨਿਰਮਲੇ ਡੇਰੇ ਦਾ ਵਿਵਾਦ, ਹੈ ਨਾ। ਉਹਦੇ ਤੇ ਇਲਜ਼ਾਮ ਲਾਏ ਵੀ ਸਾਡਾ ਡੇਰਾ ਨੱਪਦਾ ਇਹ। ਹਾਲਾਂਕਿ ਕੋਈ ਐਡੀ ਗੱਲ ਨਹੀਂ ਸੀਗੀ, ਐਮਐਲਏ ਦਾ ਕੋਈ ਦੋਸ਼ ਨਹੀਂ ਸੀਗਾ। ਉਹੀ ਕੰਮ ਮੇਰਾ ਖਿਆਲ ਬੀਬੀ ਨੇ ਵੀ ਉਹ ਵੀਡੀਓ ਸੁਣ ਲਈ ਹੋਣੀ ਆ, ਕਿਉਂ ਖਾੜੇ ਵਾਲਿਆਂ ਨੇ ਤਾਂ ਸੁਣੀ ਸੀਗੀ, ਉਹਨਾਂ ਨੇ ਵੀ ਸੁਣ ਲਈ ਹੋਣੀ ਹੈ ਜਸਵਿੰਦਰ ਆ ਨੇ। ਉਹੀ ਇਹਨਾਂ ਨੇ ਜਾ ਕੇ ਸੇਮ ਟੂ ਸੇਮ ਗੱਲ ਇੱਥੇ ਆ ਕੇ ਉਹ ਕਰਤੀ ਆ ਵੀ ਜੀ ਐਮਐਲਏ ਵਿੱਚ ਦਖਲਅੰਦਾਜ਼ੀ ਕਰਦੀ ਹੈ। ਕੋਈ ਇਹੋ ਜਿਹੀ ਗੱਲ ਨਹੀਂ ਕਿ ਬੀਬੀ ਐਮਐਲਏ ਆਪਣਾ ਸਰਕਾਰ ਦਾ ਕੰਮ ਚਲਾਵੇ, ਸਾਡਾ ਕੰਮ ਆ ਸਾਧਾਂ ਦਾ ਡੇਰੇ ਚਲਾਉਣਾ, ਅਸੀਂ ਆਪਣਾ ਕੰਮ ਚਲਾ ਰਹੇ ਹਾਂ। ਮਾਫੀ ਚਾਹੁੰਦਾ, ਜਿਹੜੀ ਗੱਲ ਤੁਸੀਂ ਪਹਿਲਾਂ ਕਹਿ ਕੇ ਗਏ ਸੀ ਵੀ ਫਰਜ਼ੀ ਕਿਹਾ ਗਿਆ, ਉਹਨਾਂ ਨੇ ਤੁਹਾਨੂੰ ਫਰਜ਼ੀ ਕਿਹਾ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡੀ ਭੇਖ ਦੇ ਵਿੱਚ ਮਹੰਤੀ ਨਹੀਂ। ਸਾਨੂੰ ਬੀਬੀ ਤੋਂ ਸਰਟੀਫਿਕੇਟ ਲੈਣ ਥੋੜੀ ਲੋੜ ਆ ਜੀ। ਸਾਨੂੰ ਸਮਾਜ ਤੋਂ ਤੁਸੀਂ ਪੁੱਛੋ ਵੀ ਚਮਕੌਰ ਸਿੰਘ ਹੈਗਾ ਕੋਈ ਨਾਂ ਦਾ ਬੰਦਾ। ਤੁਸੀਂ ਇੱਥੇ ਕੱਲੇ ਭੇਖ ਵਾਲੇ ਮੰਤਾਂ 'ਚ ਨਾ ਪੁੱਛੋ, ਤੁਸੀਂ ਸਿੱਖ ਸਮਾਜ 'ਚ ਪੁੱਛੋ, ਜਿਸ ਮਰਜ਼ੀ ਸਟੇਜ ਤੇ ਜਾ ਕੇ ਪੁੱਛੋ ਵੀ ਕੋਈ ਚਮਕੌਰ ਸਿੰਘ ਨਾਂ ਦਾ ਬੰਦਾ ਹੈ। ਜੀ। YouTube Facebook ਜੋ ਚੈੱਕ ਕਰਕੇ ਪਤਾ ਲੱਗੇਗਾ ਵੀ ਕੋਈ ਹੈਗਾ ਕਿ ਨਹੀਂ ਹੈਗਾ। ਬੀਬੀ ਨੂੰ ਕੌਣ ਜਾਣਦਾ ਜੀ? ਬੀਬੀ ਨੂੰ ਤਾਂ ਮੇਰੇ ਖਿਆਲ ਤੁਹਾਡੇ ਚੈਨਲ ਵਾਲਿਆਂ ਨੇ ਸੁਣ ਕੇ 2-4 ਦਿਨਾਂ 'ਚ ਜਾਣਨਾ ਸ਼ੁਰੂ ਕਰਤਾ ਹੋਣਾ। ਜੀ। ਹਾਂ, ਇਹ ਬਾਬਾ ਜੀ ਆਪਾਂ ਮੇਰੀ ਬੇਨਤੀ ਸੁਣੋ, ਮੇਰੀ ਇੱਕ ਗੱਲ, ਉਹ ਫਰਜ਼ੀ ਦਾ ਮੈਂ ਜਵਾਬ ਦਿਆਂ ਉਹਨੂੰ। ਜੀ। ਪੰਚਾਇਤੀ ਅਖਾੜਾ ਨਿਰਮਲਾ ਦੇ ਸੈਕਟਰੀ ਮਹੰਤ ਬਲਵੰਤ ਸਿੰਘ ਰਹੇ ਨੇ ਜੀ ਪਹਿਲਾਂ। ਜੀ। ਇਸ ਵਿਵਾਦ ਤੋਂ ਪਹਿਲਾਂ ਉਹ ਸੀਗੇ। ਜੀ। ਉਹਨਾਂ ਦੀਆਂ ਪਾਵਰ ਆਫ ਅਟਰਨੀਆਂ ਪੰਜਾਬ 'ਚ ਕੇਸਾਂ ਦੀ ਪੈਰਵਾਈ ਕਰਨ ਦੀਆਂ ਮੇਰੇ ਕੋਲ ਆ। ਜੀ। ਬੀਬੀ ਕੋਲੇ ਕਿਹਦੀਆਂ ਨੇਗੀਆਂ ਦੱਸੇ ਜੀ? ਜੀ।
ਇਦਾਂ ਨਹੀਂ ਹੁੰਦਾ ਕਿਸੇ ਨੂੰ ਕਹਿ ਕੇ ਭੱਜ ਜਾਣਾ, ਇਹ ਵੱਖਰੀ ਗੱਲ ਆ। ਉਹਨਾਂ ਨੇ ਪਾਵਰ ਆਫ ਅਟਰਨੀਆਂ ਮੇਰੇ ਕੋਲ ਰਹੀਆਂ ਨੇ ਖਾੜੇ ਵਾਲਿਆਂ ਦੀਆਂ ਜੀ। ਪਰ ਜਦੋਂ ਉਸ ਦੀ ਮਾਤਾ ਡੇਰੇ ਤੇ ਬੈਠੀ ਸੀ ਉਦੋਂ ਕੇਸ ਤਾਂ ਚੱਲੇ, ਪਰ ਉਦੋਂ ਇੰਨਾ ਵਿਵਾਦ ਨਹੀਂ ਹੋਇਆ ਸੀ। ਉਦੋਂ ਨਾ ਤੁਸੀਂ ਉਹਨਾਂ ਦੇ ਖੜੇ ਸੀ। ਕਾਰਨ ਇਹ ਸੀ ਅਸੀਂ ਅਮਰਜੀਤ ਕੌਰ ਦੇ ਪੱਖ 'ਚ ਖੜੇ ਸੀ। ਕਿਉਂ ਖੜੇ ਸੀ? ਕਿ ਡੇਰਾ ਬਚ ਜਾਏ, ਲੋਕ ਦਖਲਅੰਦਾਜ਼ੀ ਕਰਦੇ ਨੇ, ਅਸੀਂ ਇਹ ਗੱਲਾਂ 'ਚ ਖੜੇ ਸੀਗੇ। ਪਰ ਜਦੋਂ ਸੱਚ ਸਾਹਮਣੇ ਹੁਣ ਆਇਆ ਨਿਕਲ ਕੇ ਕਿ ਜਿਹੜੇ ਬੰਦਿਆਂ ਨੂੰ ਫਰਜ਼ੀ ਕਹਿ ਰਹੀ ਆ, ਮੈਂ ਤੇ ਹੈਰਾਨ ਆ ਉਸ ਬੀਬੀ ਦੀ ਗੱਲ ਤੇ। ਮਹੰਤ ਹਾਕਮ ਸਿੰਘ ਮਹਾਰਾਜ ਨੇ ਸਾਡੇ ਸੀਨੀਅਰ ਨੇ, ਜਿਨ੍ਹਾਂ ਨੇ ਸਾਡੇ ਵਰਗਿਆਂ ਤੇ ਪਤਾ ਨਹੀਂ ਕਿੰਨਿਆਂ ਤੇ ਦਸਤਾਰਾਂ ਸਜਾਈਆਂ ਸਿਰ ਦੇ ਉੱਤੇ ਆਪਦੇ ਜੀਵਨ ਕਾਲ ਦੇ ਵਿੱਚ, ਉਹਨਾਂ ਨੂੰ ਫਰਜ਼ੀ ਕਹਿ ਰਹੀ ਆ। ਉਹਨਾਂ ਦੀ ਮਾਂ ਅਮਰਜੀਤ ਕੌਰ ਦੀ ਬਹੀ ਲਿਖਣ ਵਾਲੇ ਉਹ ਨੇ ਜੀ, ਫਿਰ ਬਹੀ ਅਮਰਜੀਤ ਦੇ ਪੱਖ 'ਚ ਬਿਆਨ ਦੇਣ ਵਾਲੇ ਉਹ ਨੇ। ਗਵਾਈਆਂ ਕੋਰਟ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਖੜੇ ਨੇ, ਇਹ ਉਹਨਾਂ ਦੇ ਪੱਖ 'ਚ ਗਵਾਈਆਂ ਦੇਣ ਵਾਲੇ ਬੰਦੇ ਨੇਗੇ। ਉਹ ਕਿੱਥੋਂ ਜਾਏਗੀ? ਸੈਕੰਡ ਨੰਬਰ ਦੇ ਉੱਤੇ ਇਹ ਕੋਈ ਗੱਲ ਨਹੀਂ ਹੁੰਦੀ। ਭੇਖ ਦੇਖਦਾ ਹੁੰਦਾ ਪੁਆਇੰਟ ਕਿਹਨੂੰ ਕਰਨਾ ਕਿਹਨੂੰ ਨਹੀਂ ਕਰਨਾ। ਇਹ ਤਾਂ ਫਿਰ ਇਕੱਲਾ ਬੰਦਾ ਮਾਲਕ ਬਣ ਕੇ ਬਹਿ ਜਾਏਗਾ ਜੀ। ਪਿੱਛੇ ਜੇ ਇੱਕ ਆਫੀਸਰ ਨੇ ਇਹਦੀ ਬੀਬੀ ਦੀ ਪੈਰਵਾਈ ਕਰਨੀ ਸ਼ੁਰੂ ਕਰਤੀ, ਮੈਨੂੰ ਫੋਨ ਲਾਇਆ, ਮੈਨੂੰ ਫੋਨ ਤੇ ਵੀ ਕਿਹਾ ਵੀ ਦੇਖੋ ਇਦਾਂ ਨਹੀਂ ਕਰੀਦਾ ਹੁੰਦਾ, ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਦੇ ਕਹਿੰਦਾ ਜੀ ਤੁਸੀਂ ਖਾੜੇ ਤੇ ਕਬਜ਼ਾ ਕਰ ਲਓ। ਹੁਣ ਖਾੜੇ ਤੇ ਸਿਆਸੀ ਪਨਾਹ ਦੇ ਨਾਲ ਕੋਈ ਮਰਜ਼ੀ ਕਬਜ਼ਾ ਕਰਕੇ ਬਹਿ ਜੇ ਜੀ। ਇੱਥੇ ਤੁਹਾਡੇ ਕਿੰਨੀਆਂ ਜਗ੍ਹਾ ਨੇ। ਹੁਣ ਤੁਸੀਂ ਕਹੋਗੇ ਵੀ ਮਹੰਤ ਰੇਸ਼ਮ ਸਿੰਘ ਤਾਂ ਹਰਿਦੁਆਰ ਰਹਿੰਦਾ ਨਹੀਂ ਜੀ। ਇੱਥੇ ਏਡਾ ਵੱਡਾ ਕਾਰੋਬਾਰ ਚਲਾ ਰਹੇ ਨੇ ਜੀ, ਏਡਾ ਵੱਡਾ ਡੇਰਾ ਚਲਾ ਰਹੇ ਨੇ ਜੀ। ਸਾਡੇ ਕੋਲ ਹਰਿਦੁਆਰ ਥੋੜ੍ਹਾ ਚਲੇ ਜਾਣਗੇ। ਪ੍ਰਬੰਧ ਚਲਾਉਣਾ, ਪ੍ਰਬੰਧ ਨੂੰ ਦੇਖ ਰੇਖ ਕਰਨਾ ਉਹਨਾਂ ਦਾ ਹੈ। ਉਹ ਸਾਡੇ ਰਾਹੀਂ ਸਾਰਿਆਂ ਰਾਹੀਂ ਕਰੀ ਜਾਂਦੇ ਨੇ। ਸੈਕਟਰੀ ਸਾਹਿਬ ਨੂੰ ਜਿੱਥੇ ਜ਼ਰੂਰ ਹੁੰਦੀ ਉੱਥੇ ਭੇਜਦੇ ਨੇ। ਉਹ ਸਾਡੇ ਕੋਠਾਰੀ ਮਹੰਤ ਗੋਪਾਲ ਸਿੰਘ ਜੀ ਨੇ, ਜਿਵੇਂ ਹੁਣ ਉਹ ਬੀਬੀ ਕਹਿੰਦੀ ਜਸਵਿੰਦਰ ਸਿੰਘ ਕੋਈ ਕੋਠਾਰੀ ਨਹੀਂ ਹੈਗਾ। ਮਾਨਜੋ ਕੋਰਟ ਤਾਂ ਵੱਡੀ ਹੈ ਨਾ ਜੀ। ਕੋਰਟ ਨੇ ਬਕਾਇਦਾ ਤੌਰ ਤੇ ਸਟੇ ਬਜ਼ੁਰਗ ਬਾਪੂ ਨੇ ਸਾਡੇ ਮਹੰਤ ਗੋਪਾਲ ਸਿੰਘ ਜੀ, ਉਹਨਾਂ ਨੂੰ ਦਿੱਤੀ ਹੋਈ ਆ ਜੀ। ਫਿਰ 2-3 ਕੇਸਾਂ ਵਿੱਚ ਮਹੰਤ ਰੇਸ਼ਮ ਸਿੰਘ ਮਹਾਰਾਜ ਜੀ ਨੂੰ ਸ਼੍ਰੀਮਾਨ ਸਾਹਿਬ ਮੰਨਿਆ ਹੋਇਆ, ਪ੍ਰੈਜ਼ੀਡੈਂਟ ਮੰਨਿਆ ਹੋਇਆਗਾ। ਹੋਰ ਪਿੱਛੇ ਕੀ ਰਹਿ ਗਿਆ? ਜਿਹੜਾ ਕੁਛ ਇਹ ਕਰਨਾ ਚਾਹੁੰਦੇ ਨੇ ਉਹ ਅਸੀਂ ਨਹੀਂ ਹੋਣ ਦੇਣਾ। ਸਾਡੀਆਂ ਇਹ ਹੈ, ਅਸੀਂ ਭੇਖ ਦੀ ਪ੍ਰਾਪਰਟੀ ਨੂੰ ਬਚਾਵਾਂਗੇ। ਸਾਡੇ ਤੇ ਕੋਈ ਇਲਜ਼ਾਮ ਨਹੀਂ ਭੇਖ ਦੀ ਪ੍ਰਾਪਰਟੀ ਵੇਚਣ ਦਾ, ਨਾ ਅਸੀਂ ਕਦੇ ਵੇਚਿਆ। ਠੀਕ ਬਾਬਾ ਜੀ, ਲਾਸਟ ਦੇ ਵਿੱਚ ਗੱਲ ਕਰੀਏ, ਤੁਸੀਂ ਅਕਾਲ ਤਖਤ ਸਾਹਿਬ ਵੀ ਕੋਈ ਅਪੀਲ ਦਾਇਰ ਕੀਤੀ? ਅਕਾਲਪੁਰ ਤਖਤ ਸਾਹਿਬ ਅਸੀਂ ਅਪੀਲ ਦਾਇਰ ਨਹੀਂ ਕੀਤੀ। ਅਕਾਲ ਤਖਤ ਨੇ ਸਾਨੂੰ ਸੱਦਾ ਭੇਜਿਆ ਵੀ ਤੁਸੀਂ ਆਓ, ਕਿਉਂ ਲੜਦੇ ਹੋ ਨਿਬੇੜਨ ਵਾਸਤੇ। ਪਰ ਸਾਡਾ ਜਿੰਨਾ ਭੇਖ ਆ, ਸਾਡੇ ਬਹੁਤ ਸਤਿਕਾਰਯੋਗ ਸ਼੍ਰੀ ਮਹੰਤ ਸਾਹਿਬ ਨੇ, ਮਹੰਤ ਰੇਸ਼ਮ ਸਿੰਘ ਜੀ ਮਹਾਰਾਜ ਨੇ, ਮਹੰਤ ਹਾਕਮ ਸਿੰਘ ਜੀ ਮਹਾਰਾਜ ਨੇ, ਜਿੰਨੀਆਂ ਸਤਿਕਾਰਯੋਗ ਸਾਡੀਆਂ ਵੱਡੀਆਂ ਸ਼ਖਸੀਅਤਾਂ ਨੇ, ਸਾਡੇ ਸੈਕਟਰੀ ਸਾਹਿਬ ਨੇ, ਸਾਰਿਆਂ ਨੇ ਕਿਹਾ ਵੀ ਸਿੱਖ ਹਮੇਸ਼ਾ ਅਕਾਲ ਤਖਤ ਨੂੰ ਝੁਕਦਾ, ਅਕਾਲ ਤਖਤ ਦੇ ਅੱਗੇ ਸਾਡਾ ਸੀਸ ਝੁਕਦਾ। ਅਕਾਲ ਤਖਤ ਦਾ ਸੱਦਾ ਆਇਆ, ਸਾਰਾ ਭੇਖ ਇਕੱਠਾ ਹੋ ਕੇ ਗਿਆ ਅਕਾਲ ਤਖਤ ਵੱਲ ਨੂੰ, ਤੇ ਕਿਹਾ ਜੋ ਹੁਕਮ ਕਰੋਗੇ ਮੰਨਾਂਗੇ। ਪਰ ਉਹ ਤੇ ਅਕਾਲ ਤਖਤ ਦੇ ਭਗੌੜੇ ਹੋ ਗਏ, ਜਿਨ੍ਹਾਂ ਦਾ ਆਸ਼ੀਰਵਾਦ ਬੀਬੀ ਸੰਦੀਪ ਕੌਰ ਲਈ ਫਿਰਦੀ ਆ ਜੀ। ਉਹ ਤਾਂ ਅਕਾਲ ਤਖਤ ਨੂੰ ਸੰਦੀਪ ਕੌਰ ਉੱਥੇ ਪਹੁੰਚੇ ਸੀ ਜਾਂ ਨਹੀਂ ਪਹੁੰਚੇ? ਨਹੀਂ, ਉਹ ਜਦੋਂ ਉਹਨਾਂ ਦਾ ਮੁਖੀ ਨਹੀਂ ਆਇਆ ਉਹਨੇ ਕੀ ਆਉਣਾ ਸੀ ਜੀ। ਜਦੋਂ ਲੀਡਰ ਹੀ ਨਹੀਂ ਆਇਆ ਕਿਸੇ ਦਾ ਤੇ ਵਰਕਰਾਂ ਨੇ ਕੀ ਕਰਨਾ ਹੋਣਾ ਹੈਗਾ। ਉਹ ਜਦੋਂ ਉਹ ਨਹੀਂ ਆਏ ਤੇ ਇਹ ਵੀ ਨਹੀਂ ਆਏ, ਇਹਨਾਂ ਨੇ ਕੀ ਆਉਣਾ ਸੀਗਾ। ਉਹ ਤਾਂ ਭਗੌੜੇ ਹੋ ਗਏ, ਅਕਾਲ ਤਖਤ ਨੂੰ ਪਿੱਠ ਦਿਖਾ ਗਏ ਨੇ। ਲਾਸਟ ਦੇ ਵਿੱਚ ਲੋਕਾਂ ਨੂੰ ਕੀ ਬੇਅਰ ਕਰੋਗੇ ਜਿਹੜੇ ਡੇਰਿਆਂ ਦੇ ਅਜਿਹੇ ਵਿਵਾਦ ਚੱਲ ਰਹੇ? ਲੋਕੀ ਵਿਸ਼ਵਾਸ ਕਰਕੇ ਇੱਕ ਡੇਰੇ ਦੇ ਵਿੱਚ ਨਮਸਕਾਰ ਕਰਨ ਆਉਂਦੇ ਆ, ਪਰ ਅਜਿਹੇ ਵਿਵਾਦਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਡੇਰੇਵਾਦ ਨਾਲ ਵਿਵਾਦ ਘੁੰਮਣਾ ਕਿਤੇ ਨਾ ਕਿਤੇ ਲੋਕਾਂ ਦੇ ਬੈਡ ਇਫੈਕਟ ਪੈ ਰਹੇ। ਦੇਖੋ ਮੇਰੀ ਬੇਨਤੀ ਹੈ, ਸਾਡੇ ਨਿਰਮਲੇ ਸੰਪਰਦਾਇ ਦਾ ਅਸੂਲ ਹੈ ਗੁਰਮਤਿ ਦਾ ਪ੍ਰਚਾਰ ਕਰਨਾ, ਲੰਗਰ ਲਾਉਣੇ, ਸੇਵਾ ਕਰਨੀ, ਸਾਰੇ ਸੰਤ ਕਰ ਰਹੇ ਨੇ। ਬੀਬੀ ਸੰਦੀਪ ਕੌਰ ਨੂੰ ਇੱਥੋਂ ਇਸ ਗੱਲ ਤੋਂ ਬੋਲਣਾ ਗਰੇਜ ਕਰਨਾ ਚਾਹੀਦਾ, ਕਿਉਂਕਿ ਉਹਦੇ ਵਿੱਚ ਕੋਈ ਸੰਤਾਂ ਵਾਲਾ ਗੁਣ ਨਹੀਂ ਹੈਗਾ, ਨਾ ਉਹਨੂੰ ਕੋਈ ਵਿੱਦਿਆ ਦਾ, ਨਾ ਕੋਈ ਹੋਰ ਉਹਦੇ ਵਿੱਚ ਇਹ ਗੁਣਾਂ ਤੋਂ ਹੀ ਨਹੀਂ ਹੈ ਵਿਚਾਰੀ। ਇੱਕ ਗੱਲ, ਸਾਡੀ ਧੀ ਧਿਆਣੀ ਹੈ, ਕਿਸੇ ਤੇ ਆਪਾਂ ਇਲਜ਼ਾਮ ਲਾਉਂਦੇ ਚੰਗੇ ਨਹੀਂ ਲੱਗਦੇ। ਕੋਈ ਉਹਦਾ ਪਰਸਨਲ ਜੀਵਨ ਤੇ ਮੈਂ ਕਿਸੇ ਕਿੰਤੂ ਪਰੰਤੂ ਨਹੀਂ ਕਰਦਾ। ਪਰ ਮੈਂ ਇਹ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹਣਾ ਵੀ ਜੋ ਭੇਖ ਸੁਪਰੀਮ ਆ, ਭੇਖ ਲੜਾਈਆਂ ਲੜ ਰਿਹਾ ਹੈਗਾ। ਅਸੀਂ ਸਮਾਜ ਵਿੱਚ ਜਿਨ੍ਹਾਂ ਨੇ ਸੇਧ ਦੇਣੀ, ਜੇ ਅਸੀਂ ਖੁਦ ਲੜਾਂਗੇ ਸਾਨੂੰ ਵੀ ਪਤਾ ਇਸ ਗੱਲ ਦਾ ਫੈਕਟ ਪੈ ਰਿਹਾ। ਪਰ ਅਸੀਂ ਤਾਂ ਅਕਾਲ ਤਖਤ 'ਤੇ ਚਲੇ ਗਏ ਹਾਂ। ਅਕਾਲ ਤਖਤ ਜੋ ਹੁਕਮ ਕਰ ਦੇਗਾ ਅਸੀਂ ਖਿੜੇ ਮੱਥੇ ਨੰਗੇ ਪੈਰੀ ਮੰਨ ਕੇ ਪ੍ਰਵਾਨ ਆ ਜਾਵਾਂਗੇ, ਜੋ ਵੀ ਹੋਏਗਾ ਅਕਾਲ ਤਖਤ ਦਾ ਹੁਕਮਨਾਮਾ ਸਾਹਿਬ। ਠੀਕ ਹੈ ਬਾਬਾ ਜੀ, ਗੱਲਬਾਤ ਕਰਨ ਲਈ ਧੰਨਵਾਦ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਮੈਂ ਇੱਕ ਗੱਲ ਲਾਸਟ ਤੇ ਤੁਹਾਨੂੰ ਕਹਿਣੀ ਚਾਹਣਾ ਕਿ ਜਿਹੜਾ ਨਾ ਪੋਲੀਟੀਕਲ ਲੋਕਾਂ ਦਾ ਹਰ ਬੰਦਾ ਦਾ ਲਾ ਲੈਂਦਾ ਵੀ ਪੋਲੀਟੀਕਲ ਦਾ ਐ, ਪੋਲੀਟੀਕਲ ਦਾ ਕੋਈ ਸਾਡੇ 'ਚ ਪੋਲੀਟੀਕਲ ਨਹੀਂ। ਤੇ ਨਾਲੇ ਜਿਹੜੇ ਅਸੀਂ ਆ ਨਾ, ਮੈਂ ਤਾਂ ਹਮੇਸ਼ਾ ਸਰਕਾਰ ਦਾ ਵਿਰੋਧੀ ਹੀ ਰਿਹਾ ਜੀ। ਚੇਤੇ ਰੱਖਿਓ, ਸ਼ੁਰੂ ਤੋਂ ਲੈ ਕੇ ਵਿਰੋਧੀ ਰਿਹਾ, ਭਾਵੇਂ ਬਾਦਲ ਕੀ ਸਰਕਾਰ ਹੋਵੇ, ਭਾਵੇਂ ਕਾਂਗਰਸ ਦੀ ਸਰਕਾਰ ਹੋਵੇ। ਸਾਡਾ ਤਾਂ ਕੰਮ ਆ ਪੰਥ ਦੀ ਲੜਾਈ ਲੜਨੀ, ਆਪਣੇ ਗ੍ਰੰਥ ਦੀ ਲੜਾਈ ਲੜਨੀ, ਔਰ ਜੋ ਭੇਖ ਨੇ ਸੇਵਾਵਾਂ ਦਿੱਤੀਆਂ ਇਹ ਨਿਭਾਉਣੀਆਂ। ਸਾਡਾ ਪੋਲੀਟੀਕਲ ਨਾਲ ਕੋਈ ਹੈ ਹੀ ਨਹੀਂਗਾ, ਮੇਲ ਮਿਲਾਪ ਹੀ ਨਹੀਂ ਹੈਗਾ ਕਿਸੇ ਨਾਲ। ਇਸ ਕਰਕੇ ਮੇਰੀ ਬੇਨਤੀ ਆ, ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਐਵੇਂ ਕਿਸੇ ਨੂੰ ਇਸ਼ੂ ਬਣਾ ਕੇ ਉੱਪਰ ਤੱਕ ਇਹ ਗੱਲਾਂ ਕਰਨਾ। ਹਾਂ, ਬੀਬੀ ਜ਼ਰੂਰ ਦੱਸੇ ਵੀ ਜਿਹੜੇ 17 ਦਿਨ ਮਿੱਟੀ ਪੱਟੀ ਗਈ, ਕਿਹਦੀ ਸ਼ਹਿ 'ਤੇ ਪੱਟੀ ਗਈ? ਬੀਬੀ ਨੇ 17 ਦਿਨ ਟਰਾਲੀਆਂ ਚਲਾਈਆਂ। ਆਹ ਦੇਖੋ ਜੀ ਟਰਾਲੀਆਂ, ਪਰ ਤੁਸੀਂ ਤੇ ਮੈਨੂੰ ਸਵਾਲ ਕਰਦੇ ਸੀ ਨਾ ਪੱਤਰਕਾਰ ਸਾਹਿਬ ਵੀ ਜੀ ਉਹ ਮਿੱਟੀ ਪੱਧਰ ਕਰਾਉਂਦੀ ਸੀ। ਆਹ ਦੇਖੋ ਜੀ ਪੱਧਰ ਕਰਾ ਰਹੀ, ਉਹ ਟਰਾਲੀਆਂ ਭਰ ਕੇ ਜਾ ਰਹੀਆਂ। ਮੈਂ ਮੈਨੂੰ ਕਹੂੰਗਾ ਇੱਕ ਵਾਰੀ ਕਲੋਜ਼ ਕਰਕੇ ਫੋਟੋ ਦਿਖਾਈ ਜਾਣ। ਆਹ ਦੇਖੋ, ਆਹ JCB ਜੀ, ਜਿਹੜੀ JCB ਨਾਲ ਮਿੱਟੀ ਪੁੱਟੀ ਜਾ ਰਹੀ ਸੀਗੀ
ਆ ਦੇਖੋ ਉਹਦੇ ਨੰਬਰ ਇੱਕ JCB ਉਹਦੇ ਹੋਰ ਨੰਬਰ ਨੇ, ਉਹ ਵੀ ਤੁਹਾਨੂੰ ਦੇ ਦਾਂਗੇ। ਇੱਕ ਗੱਲ ਜੀ, ਇਹ ਪੱਧਰਾ ਕਰਾਉਣਾ ਜੀ, ਆ ਦੇਖੋ ਜੀ, ਇਹ ਆ ਦੇਖੋ ਟਰਾਲੀਆਂ ਮਿੱਟੀ ਦੀਆਂ ਲੱਦ ਕੇ ਜਾ ਰਹੀਆਂ ਨੇ, ਇਹਨੂੰ ਪੱਧਰਾ ਕਰਾਉਣ ਕਹਿੰਦੇ ਆ। ਤੇ ਮੈਂ ਬੀਬੀ ਨੂੰ ਜ਼ਰੂਰ ਕਰਾਂਗਾ ਵੀ ਉਹਨੂੰ ਕਿਹੜਾ ਪੋਲੀਟੀਕਲ ਸੀ ਜਿਹੜਾ 17 ਦਿਨ ਸਾਡੀ ਕਿਸੇ ਨੇ ਸੁਣੀ ਨਹੀਂ ਤੇ ਮਿੱਟੀ ਪੁੱਟੀ ਗਈ ਲਗਾਤਾਰ ਜੀ, ਕਿੱਥੇ ਦਵਾ ਸੀ ਉਹਦਾ? ਬਸ ਇਹ ਜ਼ਰੂਰ ਮੇਰੀ ਬੇਨਤੀ। ਦਰਸ਼ਕੋ, ਹੁਣ ਮੇਰੇ ਨਾਲ ਗਾਲਬ ਰਣ ਸਿੰਘ ਦੀ ਪੰਚਾਇਤ ਆ ਜਿਹੜੀ ਉਸ ਡੇਰੇ ਦੇ ਵਿੱਚ ਜਿਹੜੇ ਉਹਨਾਂ ਬੀਬੀ ਨੇ ਇਲਜ਼ਾਮ ਲਾਏ ਸੀ ਕਿ ਜਿਹੜੇ ਮੌਜੂਦਾ ਸਰਪੰਚ ਦੇ ਜਿਹੜੇ ਪਤੀ ਆ ਉਹਨਾਂ ਦੇ ਇਲਜ਼ਾਮ ਲਾਏ ਸੀ ਕਿ ਉਹ ਮੇਰੇ ਡੇਰੇ ਦੇ ਵਿੱਚ ਮੇਰੇ ਤੇ ਗਲਤ ਐਲੀਗੇਸ਼ਨ ਇਲਜ਼ਾਮ ਲਾ ਰਹੇ ਆ। ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡੀ ਪਤਨੀ ਮੌਜੂਦਾ ਸਰਪੰਚ ਹੈ ਹਾਂਜੀ ਹਾਂਜੀ ਜੀ। ਇਸ ਡੇਰਾ ਜਿਹੜਾ ਤੁਹਾਡੇ ਪਿੰਡ ਬਣਿਆ ਹੋਇਆ ਨਰਮਲਾ ਡੇਰਾ, ਉਹਦਾ ਅਕਸਰ ਵਿਵਾਦ ਹੈ। ਐਕਚੁਅਲੀ ਵਿਵਾਦ ਇਹਦਾ ਇਹੀ ਆ ਜੀ, ਜਿਹੜੀ ਸੰਦੀਪ ਕੌਰ ਆ ਉਹ ਕੋਈ ਮੰਤ ਨਹੀਂ ਹੈ, ਸਿਰਫ ਉਹਦਾ ਇੱਕੋ ਹੀ ਮਕਸਦ ਆ ਬਈ ਡੇਰੇ ਦੀ ਪ੍ਰਾਪਰਟੀ ਨੂੰ ਮੈਂ ਖੁਰਦ-ਬੁਰਦ ਕਰ ਲਾਂ। ਪਹਿਲਾਂ ਇਹਦੀ ਨਾਨੀ 3-4 ਕਿੱਲੇ ਬਰਬਾਦ ਕਰ ਗਈ, ਉਸ ਤੋਂ ਬਾਅਦ ਦੇ ਵਿੱਚ ਚਲੋ ਉਹ ਵੀ ਹਜੇ ਉਹ ਤੁਹਾਡੇ ਪਿੰਡ ਦੇ ਬੰਦੇ ਨੇ ਵੇਚੀ ਜਾਂ ਕਿਸੇ ਹੋਰ ਦੇ ਨੂੰ ਵੇਚੀ? ਤੇ ਸਾਡੇ ਪਿੰਡ ਦੇ ਬੰਦੇ ਨੂੰ ਵੇਚੀ ਆ ਜੀ। ਜੀ, ਉਹ ਤਾਂ ਆਪ ਪਛਤਾਉਂਦੇ, ਉਹ ਕਹਿੰਦੇ ਭਾਈ ਸਾਡੇ ਪੈਸੇ ਮੋੜ ਦਿਓ, ਜ਼ਮੀਨ ਸਾਤੋਂ ਵਾਪਸ ਲੈ ਲੈਣਾ, ਕਿਉਂਕਿ ਇਹ ਜ਼ਮੀਨ ਕਿਸੇ ਨੂੰ ਇਹ ਵਫਾ ਨਹੀਂ ਕਰਦੀ ਜੀ। ਬਾਕੀ ਜਿਹੜਾ ਇਹ ਜੇ ਆਪਣਾ ਬਲਦੇਵ ਸਵਰਗਿਆ ਬਲਦੇਵ ਸਿੰਘ ਇਹ ਕੇਸ ਨਾ ਚੱਕਦਾ ਤਾਂ ਹੋ ਸਕਦਾ ਵੀ ਜਿਹੜੇ 11 ਕਿੱਲੇ ਬਚੇ ਆ ਇਹ ਵੀ ਉਹ ਵੇਚ ਜਾਂਦੇ ਜੀ, ਕਿਉਂਕਿ ਇਹਨਾਂ ਦੀ ਮਨਸ਼ਾ ਇਹ ਸੀ ਵੀ ਡੇਰਾ ਇੱਥੋਂ ਖਤਮ ਕਰੋ। ਕਿਉਂਕਿ ਬਾਰ-ਬਾਰ ਕੱਲ ਉਹ ਤੁਹਾਡੇ ਮਾਧਿਅਮ ਰੇ ਕਹਿ ਰਹੀ ਆ ਸਾਡੇ ਦਾਦੇ ਪੜਦਾਦਿਆਂ ਦੀ, ਉਹਨਾਂ ਦਾ ਜੱਦੀ ਪਿੰਡ ਨਹੀਂ ਹੈ ਇਹ ਜੀ। ਨਹੀਂ, ਉਹ ਕਹਿੰਦੇ ਡੇਰਾ ਜਿਹੜਾ 100 ਸਾਲ ਤੋਂ ਇੱਥੇ ਪ੍ਰਚਲਿਤ ਦਾ ਡੇਰਾ। ਦੇਖੋ ਜੀ, ਜਿਹੜਾ ਡੇਰਾ ਵਾ 100 ਸਾਲ ਦੇ ਵਿੱਚੋਂ ਸੰਤ ਬਾਬਾ ਸੰਬੂਨ ਸਿੰਘ ਦੇ ਨਾਂ ਤੇ ਸਾਡੇ ਡੇਰਾ ਹੈਗਾ ਵਾ, ਪਰ ਜਿਹੜੀ ਉਹ ਬਾਰ-ਬਾਰ ਕੱਲ ਕਰਦੀ ਹੈ ਨਾ ਸਪੀਚ, ਸਾਡੇ ਜੇ ਦਾਦੇ ਪੜਦਾਦਿਆਂ ਤੋਂ ਚੱਲੀ ਆ ਰਹੇ, ਉਹਦੇ ਦਾਦਾ ਪੜਦਾਦਾ ਗਾਲਬ ਸਿੰਘ ਨਾਲ ਕੋਈ ਉਹਦਾ ਨਹੀਂ ਤਾਲੁਕਾਤ ਹੈ। ਇਹਨਾਂ ਦਾ ਪਿੰਡ ਹੈਗਾ ਨਾਰੰਗਵਾਲ ਜੀ, ਇਹਨਾਂ ਦਾ ਪਿੰਡ ਨਹੀਂ ਹੈ ਜੱਦੀ ਗਾਲਬ ਰਣ ਸਿੰਘ ਜੀ। ਇਹ ਤਾਂ ਇੱਥੇ ਨਾਨਕੀ ਢੇਰੀ ਦੇ ਆ। ਇਹਦੀ ਮਾਤਾ ਦਾ ਪਿੰਡ ਇੱਥੇ ਜਿਹੜੀ ਮੰਤ ਅਮਰਜੀਤ ਕੌਰ ਸੀ ਉਹਦਾ ਪਿੰਡ ਗਾਲਬ ਰਣ ਸਿੰਘ ਆ, ਕਿਉਂਕਿ ਇਹਨੇ 3-4 ਵਾਰ ਕਰ ਤੁਹਾਡੇ ਮਾਧਿਅਮ ਰਾਹੀਂ ਕਿਹਾ ਵੀ ਤਾਂ ਸਾਡੇ ਦਾਦੇ ਪੜਦਾਦੇ ਤੋਂ ਚੱਲੀ ਆ ਰਹੀ ਆ। ਬਿਲਕੁਲ ਉਹਨੇ ਗਲਤ ਕਿਹਾ ਵਾ ਜੀ। ਬਾਕੀ ਜਿਹੜਾ ਉਹਨੇ ਆ ਤੁਹਾਨੂੰ ਆਪਣੇ ਕੈਮਰਾਮੈਨ ਨੂੰ ਕਹਿੰਦਾ ਵੀ ਇੱਕ ਵਾਰ ਦੇਖ ਲਓ, ਬਿਲਕੁਲ ਦਿਖਾਇਆ ਜਾਵੇ। ਜਿਹਦੇ ਵਿੱਚ ਉਹਨੇ ਬਿਆਨ ਦਿੱਤਾ ਵੀ ਜਿਹੜੀ ਇਹਦੀ ਮਾਤਾ ਕਹਿ ਕੇ ਗਈ ਆ ਵੀ ਜਿਹੜੀ ਸੰਦੀਪ ਕੌਰ ਆ ਕੁਆਰੀ ਆ ਜੀ, ਵੀ ਇਸ ਕਰਕੇ ਉਹਨੂੰ ਮੈਂ ਇੱਥੇ ਮਹੰਤ ਬਣਾ ਰਹੀ ਹਾਂ। ਨਾਲ ਹੀ ਅਸੀਂ ਥੱਲੇ ਐਫੀਡੈਵਿਟ ਲਾਤਾ 2019 ਦੇ ਵਿੱਚ ਕਰਾਉਂਦੀ ਹੈ ਜੀ ਵਸੀਅਤ ਜੀ, ਤੇ 2020 ਦੇ ਵਿੱਚ ਜੀ, ਤੇ 2012-2010 ਨੂੰ ਸੰਦੀਪ ਕੌਰ ਦੀ ਮੈਰਿਜ ਹੁੰਦੀ ਆ ਜੀ। ਉਹਦਾ ਸਾਡੇ ਕੋਲੇ ਐਫੀਡੈਵਿਟ ਆ, ਕੋਈ ਉਹਦਾ ਕੋਈ ਕਾਨੂੰਨੀ ਤਲਾਕ ਨਹੀਂ ਹੋਇਆ। ਇਹ ਵੀ ਇਹਨਾਂ ਨੇ ਫਰਾਡ ਕੀਤਾ। ਜੇ ਉਹ ਅੱਜ ਹੁੰਦੀ ਤਾਂ ਸੀ ਉੱਤੇ ਵੀ 420 ਦਾ ਪਰਚਾ ਦਰਜ ਕਰਵਾਉਂਦੇ। ਦੂਸਰਾ ਇੰਦਰਜੀਤ ਸਿੰਘ ਨਾਲ ਜਿਹੜਾ ਅਗਵਾਹ ਸੀ, ਉਹਨੇ ਸਾਡੇ ਕੋਲੇ ਐਫੀਡੈਵਿਟ ਦਿੱਤਾ। ਮੈਨੂੰ ਇਹਨੇ ਗਲਤ ਤਰੀਕੇ ਨਾਲ ਮੈਨੂੰ ਕਹਿੰਦੇ ਅੱਜ ਤਾਂ ਬੱਚਿਆਂ ਦੇ ਨਾਂ ਪ੍ਰੋਪਰ ਕਰਾਉਣ ਲੱਗੇ ਆ ਡੇਰੇ ਨੂੰ। ਡੇਰਾ ਉਹਦਾ ਜਿਹੜੇ 2 ਭਤੀਜੇ ਸੀ ਸੰਦੀਪ ਕੌਰ ਦੇ, ਜਦਕਿ ਉਹ ਵੀ ਉਸ ਤੋਂ ਪਹਿਲਾਂ ਵੀ ਸਾਡੇ ਕੋਲੇ ਉਹ ਵੀ ਤੁਹਾਨੂੰ ਅਸੀਂ ਪ੍ਰੂਫ ਦੇ ਦਿਆਂਗੇ ਵੀ ਇਸੇ ਅਮਰਜੀਤ ਕੌਰ ਨੇ ਜਿਹੜੀ ਮੰਤ ਸੀ ਉਹਨੇ ਆਪਦੇ ਪੋਤਿਆਂ ਦੇ ਨਾਮ ਵੀ ਪੱਗ ਬਣਾਈ ਸੀ ਜੀ। ਕਹਿੰਦੀ ਵੀ ਇੱਥੇ ਸੰਦੀਪ ਕੌਰ ਤਾਂ ਪਿੰਡ ਦੇ ਵਿੱਚ ਰਹਿੰਦੀ ਕੋਈ ਨਹੀਂ, ਸਾਡੇ ਡੇਰੇ ਦੇ ਅਮਰਜੀਤ ਕੌਰ ਜੀ ਦੁਨੀਆ ਤੋਂ ਚਲੇ ਗਏ ਸੀ, ਉਸ ਦਿਨ ਭੋਗ ਸੀ ਉੱਥੇ। ਬਿਲਕੁਲ ਹਾਜ਼ਰ ਸੀ ਜੀ ਮੈਂ। ਕੋਈ ਰਸਮ ਹੋਈ? ਕੋਈ ਰਸਮ ਨਹੀਂ ਹੋਈ, ਕੋਈ ਰਸਮ ਨਹੀਂ ਹੋਈ ਜੀ। ਦੇਖੋ ਜੀ, ਮੈਨੂੰ ਇਹਨਾਂ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਸੁਣਦਾ ਵਾਂ ਬਈ ਬਿਨਾਂ ਪਿੰਡ ਨਗਰ ਨਿਵਾਸੀਆਂ ਤੋਂ ਤੇ ਪੰਚਾਇਤ ਤੋਂ ਜਿਹੜੇ ਸੰਤ ਮਹਾਂਪੁਰਸ਼ ਹੈ ਪਗੜੀ ਨਹੀਂ ਕਿਸੇ ਨੂੰ ਦਿੰਦੇ। ਪਰ ਉਹ ਤਾਂ ਕਿਤੇ ਜਾ ਕੇ ਇੱਧਰ ਰਾਏਕੋਟ ਪਤਾ ਨਹੀਂ ਕਿੱਥੇ ਜਾ ਕੇ, ਲੋਹਗੜ੍ਹ ਜਾ ਕੇ, ਕਿੱਥੇ ਆਪ ਹੀ ਜਾ ਕੇ ਬਣਾਏ 2 ਬੰਦੇ ਲੈ ਕੇ ਜੀ। ਬਿਲਕੁਲ ਉਹਨੂੰ ਕੋਈ ਪਗੜੀ ਨਹੀਂ ਮਿਲੀ ਹੈ। ਤੁਸੀਂ ਕਹਿ ਰਹੇ ਵੀ ਮੈਰਿਜ ਹੋਈ ਆ, ਮੈਰਿਜ ਦਾ ਤੁਹਾਡੇ ਕੋਲ ਕੋਈ ਪੁਖਤਾ ਪ੍ਰੂਫ? ਸਾਡੇ ਕੋਲੇ ਪ੍ਰੂਫ ਕੀ ਜੀ, ਮੈਂ ਤਾਂ ਖੁਦ ਵਿਚੋਲਾ ਸੀ, ਮੈਂ ਫੌਜੀ ਬੰਦਾ, ਕੀ ਝੂਠ ਬੋਲਣਾ। ਆ ਫੋਟੋਆਂ ਦੇਖ ਲਓ ਤੁਸੀਂ, ਮੇਰੇ ਕੋਲੇ ਐਲਬਮ ਸਾਰੀ ਮੇਰੇ ਕੋਲ ਪਈ ਆ, ਵੀਡੀਓ ਮੇਰੇ ਕੋਲੇ ਪਈ ਆ ਜੀ। ਕੋਈ ਇਹ 'ਚ ਤਾਂ ਕੋਈ ਲੁੱਕ ਸ਼ਾਪ ਵਾਲੀ ਗੱਲ ਹੀ ਨਹੀਂ ਹੈ। ਕਿੱਥੇ ਮੈਰਿਜ ਹੋਈ ਸੀ ਇਹਨਾਂ ਦੀ? ਮੈਰਿਜ ਹੋਈ ਸੀ ਪਿੰਡ ਤਲਵੰਡੀ ਮੱਲੀਆਂ ਜੀ। ਠੀਕ ਹੈ, ਤੁਸੀਂ ਇਹਨਾਂ ਦੇ ਵਿਚੋਲੇ ਸੀ ਮੈਰਿਜ? ਬਿਲਕੁਲ, ਮੈਂ ਤਾਂ ਵਿਚੋਲਾ ਸੀਗਾ ਜੀ। ਫਿਰ ਹੁਣ ਮੈਰਿਜ ਦਾ ਇਹਨਾਂ ਦਾ ਛੱਡ ਦੇਖੋ ਜੀ, ਨਹੀਂ ਜੀ, ਕੋਈ ਕਾਨੂੰਨੀ ਤਲਾਕ ਨਹੀਂ ਹੋਇਆ ਜੀ, ਕੋਈ ਕਾਨੂੰਨੀ ਤਲਾਕ ਨਹੀਂ ਹੋਇਆ। ਜਿਹੜੇ ਇਹਨਾਂ ਦੇ ਹਸਬੈਂਡ ਸੀ ਉਹਨਾਂ ਨੂੰ ਗਤੀਵਿਧੀਆਂ ਨਹੀਂ ਚੰਗੀਆਂ ਲੱਗੀਆਂ। ਘਰਾਂ 'ਚ 20 ਗੱਲਾਂ ਹੁੰਦੀਆਂ ਵਾ, ਮੈਂ ਮੀਡੀਆ ਰਾਹੀਂ ਆਪਣੇ ਤੁਹਾਡੇ ਮਾਧਿਅਮ ਨਾਲ ਨਹੀਂ ਦੱਸ ਸਕਦਾ, ਕਿਉਂਕਿ ਕਿਸੇ ਨੂੰ ਅਪਸ਼ਬਦ ਕਹਿਣਾ ਵੀ ਚੰਗੀ ਗੱਲ ਨਹੀਂ ਹੈ। ਬਾਕੀ ਦੁਨੀਆ ਜਾਣਦੀ ਹੈ ਜੀ, ਜੀ। ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ, ਸਭ ਜਾਣਦੇ ਆ ਜੀ। ਬਾਕੀ ਰਹੀ ਗੱਲ ਬਈ ਸਭ ਤੋਂ ਜਿਹੜੀ ਵੱਡੀ ਗੱਲ ਆ, ਉਹਨੇ ਹੁਣ ਜਿਹੜਾ ਆ ਮਿੱਟੀ ਵੇਚੀ ਆ, ਉਹਦਾ ਸਾਡੇ ਪਿੰਡ ਦੇ ਵਿੱਚ ਜਿਹੜੇ ਸਾਡੇ ਡੇਰੇ ਨੂੰ ਮੰਨਣ ਵਾਲੇ ਲੋਕ ਆ, ਉਹਨਾਂ ਦੇ ਜਿਹੜੇ ਹਿਰਦੇ ਆ ਬਲੂੰਦਰੇ ਗਏ ਆ ਵੀ ਉਹ ਡੇਰੇ ਨੂੰ ਮਤਲਬ ਖਤਮ ਕਰਨਾ ਚਾਹੁੰਦੀ ਆ। ਮੈਂ ਤਾਂ ਤੁਹਾਨੂੰ ਤੁਹਾਨੂੰ ਪਿੰਡ ਦੇ ਵਸਨੀਕ ਹੋ, ਉਹਨਾਂ ਨੇ ਕਿਹਾ ਸੀ ਵੀ ਮੈਂ ਪਹਿਲਾਂ ਵੀ ਬਾਬਾ ਜੀ ਨੂੰ ਸਵਾਲ ਕੀਤਾ, ਚਲੋ ਬਾਬਾ ਜੀ ਉਸ ਦਿਨ ਨਹੀਂ ਵਸਨੀਕ ਸੀ, ਤੁਸੀਂ ਵਸਨੀਕ ਹੋ ਉਸ ਪਿੰਡ ਦੇ। ਉਹਨਾਂ ਨੇ ਕਿਹਾ ਸੀ ਵੀ ਮੈਂ ਲੈਵਲ ਕਰਨਾ ਚਾਹੁੰਦੀ ਜ਼ਮੀਨ ਤੇ, ਮੈਂ ਝੋਨਾ ਉਗਾਉਣਾ ਸੀ, ਜ਼ਮੀਨ ਮੇਰੀ ਉੱਚੀ ਸੀ ਬਾਕੀਆਂ ਜ਼ਮੀਨਾਂ। ਦੇਖੋ ਜੀ, ਉਹਨੇ 4-4.5 ਫੁੱਟ ਤੱਕ ਮਿੱਟੀ ਚੱਕਤੀ ਆ ਜੀ। ਜੇ ਉਹ ਜ਼ਮੀਨ ਉੱਚੀ ਸੀ, ਪਹਿਲਾਂ ਇਹਨਾਂ ਦੇ ਮਾਤਾ ਜੀ ਉਹਨੂੰ ਮਾਮਲੇ ਤੇ ਚਲਾਉਂਦੇ ਸੀ ਜੀ। ਇਹਨਾਂ ਨੂੰ ਤਾਂ ਕੋਈ ਮਾਮਲਾ ਵੀ ਨਹੀਂ ਮਿਲਿਆ ਹੈ, ਕਿਉਂਕਿ ਇਹਨਾਂ ਦੀ ਮਾਤਾ ਹੀ ਐਡਵਾਂਸ ਲੈ ਗਈ ਸੀ 3-4 ਸਾਲ ਦਾ ਜੀ।
ਤੇ ਉਸ ਟਾਈਮ ਉੱਥੇ ਖੇਤੀ ਕਿਵੇਂ ਹੁੰਦੀ ਸੀ, ਮੋਟਰ ਲੱਗੀ ਹੋਈ ਆ ਤਾਂ ਹੁਣ ਕਹਿਣ ਦੀਆਂ ਗੱਲਾਂ ਵਾ, ਕਿਉਂਕਿ ਉਹਨੂੰ ਪਤਾ ਵਾ, ਉਹਨੂੰ ਡਰ ਸਤਾ ਰਿਹਾ ਵਾ। ਕੱਲ ਉਹਨੇ ਤੁਹਾਡੇ ਮਾਧਿਅਮ ਰਾਹੀਂ ਕਿਹਾ ਅੰਦਰ ਨੂੰ ਜ਼ਮੀਨ ਨੀਵੀਂ ਹੋ ਗਈ ਕਿ ਬਰਾਬਰ ਹੋ ਗਈ? ਜ਼ਮੀਨ ਨੀਵੀਂ ਨਹੀਂ, ਜ਼ਮੀਨ ਤਾਂ ਛੱਪੜ ਬਣ ਗਿਆ ਜੀ, ਉੱਥੇ ਮੱਛੀ ਤਲਾਬ ਬਣਿਆ ਪਿਆ ਵਾ। ਮੈਂ ਤਾਂ ਤੁਹਾਨੂੰ ਰਿਕੁਐਸਟ ਕਰਦਾ ਵਾਂ ਵੀ ਇੱਕ ਜਾ ਕੇ ਉੱਥੇ ਵੀ ਇੱਕ ਤੁਸੀਂ ਕੈਮਰਾਮਾਨ ਭੇਜੋ ਸਾਡੇ ਨਾਲ, ਉਹ ਬਣਾ ਦਿਓ, ਪਤਾ ਲੱਗ ਜਾਵੇ ਵੀ ਜ਼ਮੀਨ ਦਾ ਹਾਲ ਕੀ ਕੀਤਾ। ਸਾਡੇ ਜਿਹੜੇ ਡੇਰੇ ਨੂੰ ਮੰਨਣ ਵਾਲੇ ਪੈਰੋਕਾਰ ਆ ਉਹ ਰੋ ਰਹੇ ਆ ਜੀ ਉੱਥੇ ਜਾ ਕੇ ਵੀ ਆ ਸਾਡੇ ਡੇਰੇ ਦੇ ਨਾਲ ਇਹਨਾਂ ਨੇ ਕੀਤਾ ਕੀ ਆ। ਇੱਕ ਉਹਨਾਂ ਨੇ ਤੁਹਾਡੇ ਤੇ ਇਹ ਵੀ ਇਲਜ਼ਾਮ ਲਾਇਆ ਕਿ ਮੇਰੇ ਮਗਰ ਗੱਡੀਆਂ ਦੇ ਮਗਰ ਬੰਦੇ ਲਾਉਂਦੇ ਆ ਮੇਰੇ ਮਗਰ। ਦੇਖੋ ਜੀ, ਉਹ ਤਾਂ ਹੁਣ ਇਲਜ਼ਾਮ, ਜਦੋਂ ਬੰਦਾ ਝੂਠਾ ਹੁੰਦਾ ਉਹਦੇ ਕੋਲੇ ਇਲਜ਼ਾਮਾਂ ਤੋਂ ਬਿਨਾ ਕੁਝ ਨਹੀਂ ਹੁੰਦਾ। ਉਹਨੇ ਹਰ ਚੀਜ਼ ਝੂਠ ਤਫਾਨ ਕੁਛ ਨਾ ਕੁਛ ਬੋਲਣਾ ਵਾ। ਕੱਲ ਤੁਸੀਂ ਪਿੰਡ ਦੇ ਵਿੱਚ ਗਏ ਹੋ, 5 ਬੰਦੇ ਉਹਦੇ ਨਾਲ ਜਾ ਕੇ ਖੜੇ ਹੋਏ, ਜਿਹੜੇ 5 ਦਾ ਹੀ ਪੰਚਾਇਤ ਦੇ ਨਾਲ ਕੇਸ ਚੱਲਦਾ ਵਾ, 6ਵਾਂ ਬੰਦਾ ਪਿੰਡ ਦੇ ਵਿੱਚੋਂ ਜਾ ਕੇ ਖੜਿਆ ਨਹੀਂ ਹੋਇਆ ਇਹਨਾਂ ਦੇ ਨਾਲ ਜੀ। ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਸਰਪੰਚ ਸਾਹਿਬ ਮੇਰੇ ਤੇ ਇਲਜ਼ਾਮ ਲਾ ਰਹੇ ਕਿ ਮੇਰੇ ਗੈਂਗਸਟਰ ਨਾਲ ਰਿਲੇਸ਼ਨ ਆ। ਬਿਲਕੁਲ ਉਹ ਪਿੰਡ 'ਚ ਕਹਿੰਦੀ ਆ ਜੀ ਉਹ ਕਹਿੰਦੀ ਮੇਰੇ ਕੋਲੇ ਬੰਦੇ ਹੈਗੇ ਆ ਜੀ। ਕਹਿੰਦੀ ਮੇਰੇ ਕੋਲੇ ਬੰਦੇ ਆ, ਕਹਿੰਦੀ ਮੈਂ ਪਿੰਡ ਨੂੰ ਪੰਚਾਇਤ ਨੂੰ ਕੀ ਸਮਝਦੀ ਆ, ਮੈਂ ਤਾਂ ਕਹਿੰਦੀ ਜੋ ਕੁਛ ਮਰਜ਼ੀ ਕਰਦਾ, ਮੈਂ ਤਾਂ ਪਿੰਡ ਨੂੰ ਢਾਹ ਦੂੰ, ਪਿੰਡ ਨੂੰ ਅੱਗ ਲਾ ਦੂੰ। ਆਹ ਵਰਡ ਬੋਲਿਆ ਉਹਨੇ ਜੀ। ਤੁਹਾਡੇ ਖਿਲਾਫ ਵੀ ਕੋਈ ਦਰਖਾਸਤ ਜਾਂ ਤੁਹਾਡੇ ਵੱਲੋਂ ਉਸ ਦੇ ਖਿਲਾਫ ਦਰਖਾਸਤ ਚੱਲਦੀ? ਦੇਖੋ ਜੀ, ਅਸੀਂ ਵੀ ਦੇ ਕੇ ਆਏ ਆ ਹੁਣ, ਜੀ ਸਾਨੂੰ ਵੀ ਡਰ ਆ ਜੀ। ਤੇ ਪਰ ਉਹਨੇ ਤਾਂ 15-20 ਦਰਖਾਸਤਾਂ ਦਿੱਤੀਆਂ ਹੋਈਆਂ ਵਾ। ਉਹ ਤਾਂ ਕੁਛ ਨਾ ਕੁਛ ਡੇਲੀ ਕਿਤੇ ਕੋਈ ਡੀਸੀ ਸਾਹਿਬ ਦੇ, ਕਿਤੇ ਏਡੀਸੀ ਸਾਹਿਬ ਦੇ, ਕੋਈ ਮੁੱਖ ਮੰਤਰੀ ਸਾਹਿਬ ਦੇ, ਕਿਉਂਕਿ ਹੁਣ ਉਹਨੂੰ ਡਰ ਸਤਾਉਣ ਲੱਗ ਗਿਆ ਵੀ ਮੈਂ ਗਲਤ ਹਾਂ। ਉਹਨੇ ਕੱਲ ਤੁਹਾਡੇ ਮਾਧਿਅਮ ਵਿੱਚ ਗੱਲ ਕੀਤੀ ਆ, ਪਹਿਲਾਂ ਜੀ ਕਾਂਗਰਸ ਦੀ ਸਰਕਾਰ ਸੀ, ਸਰਪੰਚ ਦਾ ਕਾਂਗਰਸ ਦੇ ਵਿੱਚ ਜ਼ੋਰ ਸੀ, ਅੱਜ ਉਹ ਆਮ ਆਦਮੀ ਪਾਰਟੀ ਦਾ, ਜੋ ਆਮ ਆਦਮੀ ਪਾਰਟੀ ਨਾਲ ਮਿਲ ਗਿਆ, ਇਹ ਸਾਰੇ ਉਹਦੇ ਝੂਠੇ ਆ। ਕਾਂਗਰਸ ਪਾਰਟੀ ਦੇ ਵਿੱਚ ਉਹਦਾ ਪੂਰਾ ਹੱਥ ਪੈਂਦਾ ਸੀ, ਪਰ ਉਹ ਗਲਤ ਸੀ, ਕਿਸੇ ਨੇ ਬਾਂਹ ਨਹੀਂ ਫੜੀ ਜੀ। ਨਹੀਂ ਤਾਂ ਕਾਂਗਰਸ ਦੇ ਵਿੱਚ ਉਹ ਜੋ ਕੁਝ ਮਰਜ਼ੀ ਕਰਵਾ ਲੈਂਦੀ, ਪਰ ਕਾਨੂੰਨ ਤੇ ਪ੍ਰਮਾਤਮਾ, ਸੱਚਾਈ, ਇੱਥੇ ਸੱਚ ਦੀ ਜਿੱਤ ਹੁੰਦੀ ਆ। ਸਾਡੇ ਮਹਾਂਪੁਰਸ਼ ਜਿਹੜੇ ਭੇਖ ਨੇ, ਹੁਣ ਸੰਤ ਬਾਬਾ ਚਮਕੌਰ ਸਿੰਘ ਜੀ ਦੀ ਡਿਊਟੀ ਲਾਈ ਆ, ਇਹ ਸਾਡਾ ਡੇਰਾ ਚਲਾਉਣਗੇ, ਸਾਡਾ ਨਗਰ ਪੂਰਾ, ਸਾਡੀ ਪੰਚਾਇਤ ਪੂਰੀ ਇਹਨਾਂ ਦੇ ਨਾਲ ਖੜਾਂਗੇ ਜੀ। ਜੋ ਸਾਡੀ ਸ਼ਰਧਾ ਵਾ ਅਸੀਂ ਹੈਲਪ ਵੀ ਕਰਾਂਗੇ, ਜਿਵੇਂ ਸਾਡਾ ਡੇਰਾ ਪਹਿਲਾਂ ਚੱਲਦਾ ਸੀ ਅਸੀਂ ਡੇਰੇ ਨੂੰ ਉਵੇਂ ਚਲਾਵਾਂਗੇ ਜੀ। ਗੁਰਬਾਣੀ 'ਚ ਕਿਹਾ ਕਿ ਸੱਚ ਸਭਨਾਂ ਦਾ ਖਾਸਮ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਡੇਰਾ ਨਿਰਮਲਾ ਗਾਲ ਬਰਨ ਸਿੰਘ ਦਾ, ਦੋਨਾਂ ਪਾਰਟੀਆਂ ਦਾ ਪੱਖ ਤੁਹਾਡੇ ਸਾਹਮਣੇ ਰੱਖ ਦਿੱਤਾ। ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਕਿ ਕੌਣ ਗਲਤ ਤੇ ਕੌਣ ਸਹੀ ਆ। ਅਸੀਂ ਤੁਹਾਡੇ ਕਮੈਂਟਾਂ ਦੀ ਉਡੀਕ ਜ਼ਰੂਰ ਕਰਾਂਗੇ।